ਪਿਆਰੇ ਦੋਸਤੋ, ਸਿੱਖਿਆ ਵਿਭਾਗ ਪੰਜਾਬ ਵੱਲੋਂ ਚਲਾਏ ਜਾ ਰਹੇ ਕੈਪੈਸਿਟੀ ਬਿਲਡਿੰਗ ਪ੍ਰੋਗਰਾਮ ਦੇ ਅਧੀਨ ਚੱਲ ਰਹੇ ਇਸ ਵੈਬੀਨਾਰ ਦੇ ਅਗਲੇ ਸੈਸ਼ਨ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਮੈਂ ਗੁਰਮੇਲ ਸਿੰਘ ਸਾਗੂ, ਡੀਐਮ ਇੰਗਲਿਸ਼ ਐਸਐਸ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ। ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਗੂਗਲ ਕਲਾਸਰੂਮ ਦੇ ਬਾਰੇ। ਤਾਂ ਸਭ ਤੋਂ ਪਹਿਲਾਂ ਆਪਾਂ ਇਹੀ ਗੱਲ ਕਰਾਂਗੇ ਕਿ ਗੂਗਲ ਕਲਾਸਰੂਮ ਹੈ ਕੀ। Google Classroom is basically an LMS, that is Learning Management System. It connects the teachers and students just like a formal class. They can share different things with each other. The teachers can share teaching material with their students. They can ask them questions. They can give them assignments and so on. ਦੂਜੇ ਸ਼ਬਦਾਂ ਵਿੱਚ ਗੂਗਲ ਕਲਾਸਰੂਮ ਇੱਕ ਆਮ ਕਲਾਸ ਦੀ ਤਰ੍ਹਾਂ ਹੀ ਕੰਮ ਕਰਦਾ ਹੈ। ਫਰਕ ਸਿਰਫ ਇਹੀ ਹੈ ਕਿ ਫਾਰਮਲ ਕਲਾਸ ਇੱਕ ਫਿਜ਼ੀਕਲ ਕਲਾਸ ਹੁੰਦੀ ਹੈ, ਜਦੋਂ ਕਿ ਗੂਗਲ ਕਲਾਸਰੂਮ ਇੱਕ ਵਰਚੁਅਲ ਕਲਾਸਰੂਮ ਹੈ। ਇਸ ਵਿੱਚ ਅਧਿਆਪਕ ਅਤੇ ਵਿਦਿਆਰਥੀ ਫਿਜ਼ੀਕਲੀ ਚਾਹੇ ਇੱਕ ਦੂਜੇ ਦੇ ਆਹਮਣੇ ਸਾਹਮਣੇ ਨਹੀਂ ਹੁੰਦੇ, ਪਰ ਗੂਗਲ ਕਲਾਸਰੂਮ ਵਿੱਚ ਹਰ ਉਹ ਐਕਟੀਵਿਟੀ ਸੰਭਵ ਹੈ ਜੋ ਅਧਿਆਪਕ ਅਤੇ ਵਿਦਿਆਰਥੀ ਇੱਕ ਫਾਰਮਲ ਕਲਾਸਰੂਮ ਵਿੱਚ ਕਰ ਸਕਦੇ ਹਨ। ਹੁਣ ਆਪਾਂ ਇਸ ਦੇ ਬਾਰੇ ਅੱਗੇ ਜਾਣਕਾਰੀ ਲੈਂਦੇ ਹਾਂ। ਤਾਂ ਗੂਗਲ ਕਲਾਸਰੂਮ ਬੇਸਿਕਲੀ ਇੱਕ ਸੌਫਟਵੇਅਰ ਹੈ। ਇਸ ਨੂੰ ਤੁਸੀਂ ਆਪਣੇ ਮੋਬਾਈਲ ਫੋਨ ਉੱਪਰ ਵੀ ਇਸਤੇਮਾਲ ਕਰ ਸਕਦੇ ਹੋ ਅਤੇ ਆਪਣੇ ਕੰਪਿਊਟਰ ਜਾਂ ਡੈਸਕਟਾਪ ਜਾਂ ਲੈਪਟਾਪ ਦੇ ਉੱਪਰ ਵੀ ਇਸਤੇਮਾਲ ਕਰ ਸਕਦੇ ਹੋ। ਪਹਿਲਾਂ ਆਪਾਂ ਗੱਲ ਕਰਾਂਗੇ ਗੂਗਲ ਕਲਾਸਰੂਮ ਦੇ ਮੋਬਾਈਲ ਵਰਸ਼ਨ ਦੀ। ਗੂਗਲ ਕਲਾਸਰੂਮ ਐਂਡਰੋਇਡ ਫੋਨ ਦੇ ਪਲੇ ਸਟੋਰ ਉੱਪਰ ਵੀ ਉਪਲਬਧ ਹੈ ਤੇ ਐਪਲ ਸਟੋਰ ਦੇ ਐਪ ਸਟੋਰ ਦੇ ਉੱਪਰ ਵੀ ਮਿਲ ਜਾਂਦਾ ਹੈ। ਤਾਂ ਸਾਡਾ ਸਭ ਤੋਂ ਪਹਿਲਾ ਕੰਮ ਇਹੀ ਹੈ ਕਿ ਅਸੀਂ ਇਸ ਐਪ ਨੂੰ ਇਹਨਾਂ ਦੋਹਾਂ ਪਲੇਟਫਾਰਮਸ ਦੇ ਵਿੱਚੋਂ ਕਿਸੇ ਉੱਪਰ ਵੀ ਆਪਣੇ ਮੋਬਾਈਲ ਫੋਨ ਦੀ ਕਿਸਮ ਦੇ ਉੱਤੇ ਤੁਹਾਡੇ ਉੱਪਰ ਨਿਰਭਰ ਕਰੇਗਾ, ਤਾਂ ਉਹਨੂੰ ਅਸੀਂ ਡਾਊਨਲੋਡ ਕਰਕੇ ਇੰਸਟਾਲ ਕਰਨਾ ਹੈ। ਗੂਗਲ ਕਲਾਸਰੂਮ ਦਾ ਆਈਕਨ ਹੈ ਜੋ ਤੁਸੀਂ ਆਪਣੀ ਸਕਰੀਨ ਤੇ ਲੈਫਟ ਸਾਈਡ ਦੇ ਉੱਤੇ ਇਸ ਜਗ੍ਹਾ ਤੇ ਦੇਖ ਸਕਦੇ ਹੋ। ਹੁਣ ਇੰਸਟਾਲ ਕਰਨ ਤੋਂ ਬਾਅਦ ਜਦੋਂ ਤੁਸੀਂ ਗੂਗਲ ਕਲਾਸਰੂਮ ਨੂੰ ਓਪਨ ਕਰਦੇ ਹੋ ਤਾਂ ਪਹਿਲੀ ਵਾਰ ਇਹ ਇਸ ਤਰ੍ਹਾਂ ਦਿਖਾਈ ਦਿੰਦਾ ਹੈ, ਜਿਸ ਤਰ੍ਹਾਂ ਤੁਹਾਡੀ ਸਕਰੀਨ ਦੇ ਉੱਤੇ ਬਿਲਕੁਲ ਵਿਚਕਾਰ ਸਫੇਦ ਰੰਗ ਵਿੱਚ ਦਿਖਾਈ ਦੇ ਰਿਹਾ ਹੈ। ਉੱਪਰ ਇੱਕ ਪੱਟੀ ਹੈ ਜਿਸ ਦੇ ਵਿੱਚ ਗੂਗਲ ਕਲਾਸਰੂਮ ਲਿਖਿਆ ਹੋਇਆ ਹੈ। ਉਸ ਦੇ ਲੈਫਟ ਸਾਈਡ ਤੇ 3 ਲਾਈਨਸ ਹਨ ਜਿਹਦੇ ਉੱਪਰ ਇੱਕ ਰੈੱਡ ਡਾਟ ਦਿਖਾਈ ਦੇ ਰਿਹਾ ਹੈ, ਔਰ ਗੂਗਲ ਕਲਾਸਰੂਮ ਦੇ ਰਾਈਟ ਸਾਈਡ ਤੇ ਇੱਕ ਪਲੱਸ ਦਾ ਨਿਸ਼ਾਨ ਹੈ। ਸੋ ਅਸੀਂ ਸ਼ੁਰੂਆਤ ਇਸ ਪਲੱਸ ਦੇ ਨਿਸ਼ਾਨ ਤੋਂ ਕਰਾਂਗੇ। ਜਦੋਂ ਅਸੀਂ ਇਸ ਨਿਸ਼ਾਨ ਨੂੰ ਟੱਚ ਕਰਦੇ ਹਾਂ ਜਾਂ ਇਸ ਤੇ ਟੈਪ ਕਰਦੇ ਹਾਂ ਤਾਂ ਇਹ ਦੋ ਆਪਸ਼ਨਸ ਦਿੰਦਾ ਹੈ, ਜੁਆਇਨ ਕਲਾਸ ਐਂਡ ਕ੍ਰੀਏਟ ਕਲਾਸ। ਜੁਆਇਨ ਕਲਾਸ ਦੀ ਆਪਸ਼ਨ ਸਟੂਡੈਂਟਸ ਵਾਸਤੇ ਹੈ, ਕ੍ਰੀਏਟ ਕਲਾਸ ਦੀ ਆਪਸ਼ਨ ਟੀਚਰ ਵਾਸਤੇ ਹੈ। ਇਸ ਦਾ ਭਾਵ ਇਹ ਹੋਇਆ ਕਿ ਇਹ ਐਪ ਵਿਦਿਆਰਥੀ ਅਤੇ ਅਧਿਆਪਕ ਇੱਕੋ ਤਰੀਕੇ ਨਾਲ ਇਸਤੇਮਾਲ ਕਰ ਸਕਦੇ ਹਨ। ਹੁਣ ਆਪਾਂ ਬਤੌਰ ਅਧਿਆਪਕ ਸਾਡਾ ਸਭ ਤੋਂ ਪਹਿਲਾ ਕੰਮ ਇਹੀ ਹੈ ਕਿ ਅਸੀਂ ਗੂਗਲ ਕਲਾਸਰੂਮ ਦੇ ਵਿੱਚ ਇੱਕ ਕਲਾਸ ਕ੍ਰੀਏਟ ਕਰੀਏ। ਤਾਂ ਆਪਾਂ ਜਿਵੇਂ ਹੀ ਇਸ ਉੱਪਰ ਟੱਚ ਕਰਦੇ ਹਾਂ ਸਾਡੀ ਸਕਰੀਨ ਉੱਪਰ ਇੱਕ ਮੈਸੇਜ ਪੌਪ ਅਪ ਹੁੰਦਾ ਹੈ। ਇਸ ਮੈਸੇਜ ਦੇ ਉੱਤੇ ਅਸੀਂ ਬਿਲਕੁਲ ਨੀਚੇ ਇਸ ਜਗ੍ਹਾ ਤੇ ਟਿਕ ਬਾਕਸ ਲੱਗਿਆ ਹੋਇਆ ਹੈ, ਇਸ ਵਿੱਚ ਟਿਕ ਲਗਾ ਦੇਣਾ ਹੈ ਔਰ ਫਿਰ ਕੰਟੀਨਿਊ ਦੇ ਉੱਪਰ ਕਲਿੱਕ ਕਰ ਦੇਣਾ ਹੈ। ਕੰਟੀਨਿਊ ਕਰਦੇ ਸਾਰ ਇਹ ਨਵਾਂ ਇੱਕ ਪੌਪ-ਅਪ ਸਾਡੀ ਸਕਰੀਨ ਦੇ ਉੱਤੇ ਅਪੀਅਰ ਹੁੰਦਾ ਹੈ, ਜਿਸ ਵਿੱਚ ਕ੍ਰੀਏਟ ਕਲਾਸ ਹੈ ਔਰ ਇਹਦੇ ਵਿੱਚ ਵੱਖਰੇ ਆਈਟਮਸ ਲਿਖੀਆਂ ਹੋਈਆਂ ਹਨ। ਕਲਾਸ ਨੇਮ ਹੈ, ਸੈਕਸ਼ਨ, ਰੂਮ, ਸਬਜੈਕਟ। ਅਸੀਂ ਇਹਨਾਂ ਦੇ ਵਿੱਚ ਵੱਖ-ਵੱਖ ਆਈਟਮਸ ਭਰ ਦਿੰਦੇ ਹਾਂ, ਜਿਵੇਂ ਕਲਾਸ ਨੇਮ ਮੈਂ ਇੱਥੇ ਲਿਖ ਦਿੱਤਾ ਹੈ 10 ਇੰਗਲਿਸ਼, ਸੈਕਸ਼ਨ A, ਰੂਮ ਕੋਈ ਨਹੀਂ ਲਿਖਿਆ, ਸਬਜੈਕਟ ਇੰਗਲਿਸ਼, ਔਰ ਉਸ ਤੋਂ ਬਾਅਦ ਮੈਂ ਉੱਪਰ ਰਾਈਟ ਸਾਈਡ ਤੇ ਕ੍ਰੀਏਟ ਜਿੱਥੇ ਲਿਖਿਆ ਹੋਇਆ ਹੈ ਇੱਥੇ ਟੱਚ ਕਰਦਾ ਹਾਂ ਤਾਂ ਇਹ ਕਲਾਸ ਜਿਹੜੀ ਹੈ ਉਹ ਕ੍ਰੀਏਟ ਹੋ ਗਈ ਹੈ 10 ਇੰਗਲਿਸ਼। ਹੁਣ ਇਸ ਕਲਾਸ ਦੇ ਵਿੱਚ ਸਾਹਮਣੇ ਤੁਸੀਂ ਦੇਖ ਰਹੇ ਹੋ ਬਿਲਕੁਲ ਬਾਟਮ ਦੇ ਉੱਪਰ 3 ਚੀਜ਼ਾਂ ਲਿਖੀਆਂ ਹੋਈਆਂ ਹਨ, ਸਟਰੀਮ, ਕਲਾਸ ਵਰਕ, ਪੀਪਲ। ਤਾਂ ਸਭ ਤੋਂ ਪਹਿਲਾਂ ਆਪਾਂ ਪੀਪਲ ਦੇ ਵਿੱਚ ਜਾਵਾਂਗੇ। ਕਲਾਸਰੂਮ ਕ੍ਰੀਏਟ ਕਰਨ ਤੋਂ ਬਾਅਦ ਪੀਪਲ ਦੇ ਵਿੱਚ ਜਾ ਕੇ ਅਸੀਂ ਕਲਾਸ ਆਪਣੀ ਜਾਂ ਆਪਣੇ ਸਟੂਡੈਂਟਸ ਜਿਹੜੇ ਹਨ ਉਹਨਾਂ ਨੂੰ ਐਡ ਕਰਨਾ ਹੈ। ਸਟੂਡੈਂਟਸ ਨੂੰ ਐਡ ਕਰਨ ਦੇ ਦੋ ਤਰੀਕੇ ਹਨ। ਵਿਚਕਾਰ ਜਿੱਥੇ ਬਾਕਸ ਬਣਿਆ ਹੈ ਇਸ ਦੇ ਵਿੱਚ ਲਿਖਿਆ ਹੋਇਆ ਹੈ ਐਡ ਸਟੂਡੈਂਟਸ ਟੂ ਔਰ ਗਿਵ them ਦਾ ਕਲਾਸ ਕੋਡ। ਇਹਦੇ ਵਿੱਚ ਕਲਾਸ ਕੋਡ ਨੀਚੇ ਲਿਖਿਆ ਹੁੰਦਾ ਹੈ।
ਜਿਸ ਉੱਪਰ ਜਿਸ ਦੀ ਵਰਤੋਂ ਕਰਦੇ ਹੋਏ ਤੁਹਾਡੇ ਵਿਦਿਆਰਥੀ ਇਸ ਕਲਾਸ ਨੂੰ ਜੁਆਇਨ ਕਰ ਸਕਦੇ ਹਨ। ਵਿਦਿਆਰਥੀ ਜੁਆਇਨ ਕਲਾਸ ਦੇ ਉੱਤੇ ਟੱਚ ਕਰਦਾ ਹੈ। ਉਸ ਨੂੰ ਟੱਚ ਕਰਦਿਆਂ ਹੀ ਉਸਦੇ ਸਾਹਮਣੇ ਇਹ ਮੈਸੇਜ ਆਉਂਦਾ ਹੈ, ਜਿਸ ਦੇ ਵਿਚਕਾਰ ਕਰਕੇ ਕਲਾਸ ਕੋਡ ਇਸ ਜਗ੍ਹਾ ਤੇ ਉਸਨੇ ਭਰਨਾ ਹੈ, ਜਿਹੜਾ ਕਲਾਸ ਕੋਡ ਤੁਸੀਂ ਜਨਰੇਟ ਕੀਤਾ ਹੈ। ਕਲਾਸ ਕੋਡ ਭਰਦਿਆਂ ਹੀ ਜੁਆਇਨ ਦਾ ਬਟਨ ਜਿਹੜਾ ਉਹ ਅਪੀਅਰ ਹੋ ਜਾਂਦਾ ਹੈ ਬਲੂ ਕਲਰ ਦੇ ਵਿੱਚ ਇਸ ਜਗ੍ਹਾ ਤੇ। ਇਸ ਨੂੰ ਜਿਵੇਂ ਹੀ ਵਿਦਿਆਰਥੀ ਟੱਚ ਕਰਦਾ ਹੈ ਤਾਂ ਉਹ ਕਲਾਸ ਦੇ ਵਿੱਚ ਐਂਟਰ ਹੋ ਸਕਦਾ ਹੈ। ਇਸ ਦਾ ਇੱਕ ਹੋਰ ਤਰੀਕਾ ਵੀ ਹੈ ਸਟੂਡੈਂਟਸ ਨੂੰ ਐਡ ਕਰਨ ਦਾ। ਸਟੂਡੈਂਟਸ ਦੇ ਰਾਈਟ ਸਾਈਡ ਤੇ ਜਿੱਥੇ ਐਰੋ ਮਾਰਕ ਤੁਸੀਂ ਦਿਖਾਈ ਦੇ ਰਿਹਾ ਹੈ ਤੁਹਾਨੂੰ, ਤੁਸੀਂ ਇੱਥੇ ਟੱਚ ਕਰਨਾ ਹੈ। ਇਸ ਨੂੰ ਟੱਚ ਕਰਦਿਆਂ ਹੀ ਤੁਹਾਡੀ ਸਕਰੀਨ ਉੱਪਰ ਇਹ ਵਿੰਡੋ ਅਪੀਅਰ ਹੋਵੇਗੀ। ਇਸ ਦੇ ਵਿੱਚ ਤੁਸੀਂ ਵਿਦਿਆਰਥੀ ਦਾ ਈਮੇਲ ਐਡਰੈਸ ਲਿਖਣਾ ਹੈ, ਜਿਹੜਾ ਕਿ ਜੀਮੇਲ ਦੀ ਆਈਡੀ ਹੋਣੀ ਚਾਹੀਦੀ ਹੈ। ਸੋ ਤੁਸੀਂ ਵਿਦਿਆਰਥੀ ਦਾ ਈਮੇਲ ਐਡਰੈਸ ਲਿਖਿਆ, ਇੱਕ ਵਿਦਿਆਰਥੀ ਦਾ ਲਿਖਿਆ, 2 3 4 ਜਿੰਨੇ ਵੀ ਚਾਹੋ ਉਨੀਆਂ ਈਮੇਲ ਆਈਡੀਜ਼ ਤੁਸੀਂ ਇਕੱਠੇ ਹੀ ਇਸ ਵਿੱਚ ਟਾਈਪ ਕਰ ਸਕਦੇ ਹੋ। ਸੋ ਉਸ ਤੋਂ ਬਾਅਦ ਇਨਵਾਈਟ ਦਾ ਬਟਨ ਹੈ ਉੱਪਰ, ਇਸ ਦੇ ਉੱਪਰ ਅਸੀਂ ਟੱਚ ਕਰਾਂਗੇ ਔਰ ਇਸ ਨੂੰ ਟੱਚ ਕਰਦੇ ਹੀ ਉਹ ਸਾਰੇ ਵਿਦਿਆਰਥੀ ਤੁਹਾਡੀ ਕਲਾਸ ਦੇ ਵਿੱਚ ਐਡ ਹੋ ਗਏ। ਜਿਸ ਤਰ੍ਹਾਂ ਸਕਰੀਨ ਦੇ ਉੱਤੇ ਤੁਸੀਂ ਦੇਖ ਰਹੇ ਹੋ, ਸਟੂਡੈਂਟਸ ਦੇ ਨੀਚੇ 4 ਵਿਦਿਆਰਥੀ ਦਿਖਾਈ ਦੇ ਰਹੇ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਬਾਟਮ ਦੇ ਉੱਪਰ ਇੱਕ ਵਿਦਿਆਰਥੀ ਨੇ ਕਲਾਸ ਜੁਆਇਨ ਕਰ ਲਈ ਹੈ। ਬਾਕੀ ਦੇ 3 ਵਿਦਿਆਰਥੀਆਂ ਦੀ ਈਮੇਲ ਆਈਡੀਜ਼ ਦੇ ਨਾਲ ਇਨਵਾਈਟਡ ਲਿਖਿਆ ਹੋਇਆ ਹੈ। ਇਹਨਾਂ ਸਾਰੇ ਵਿਦਿਆਰਥੀਆਂ ਨੂੰ ਜੀਮੇਲ ਉੱਪਰ ਉਹਨਾਂ ਦੇ ਇਨਬਾਕਸ ਦੇ ਵਿੱਚ ਮੇਲ ਪਹੁੰਚ ਚੁੱਕੀ ਹੈ। ਉਸ ਨੂੰ ਐਕਸੈਪਟ ਕਰਦਿਆਂ ਹੀ ਤੁਹਾਡੇ ਉਹ ਵਿਦਿਆਰਥੀ ਵੀ ਨਵਜੋਤ ਕੌਰ ਵਿਦਿਆਰਥੀ ਜਿਵੇਂ ਇੱਥੇ ਦਿਖਾਈ ਦੇ ਰਿਹਾ ਹੈ, ਤੁਹਾਡੀ ਕਲਾਸ ਨੂੰ ਜੁਆਇਨ ਕਰ ਜਾਂਦੇ ਹਨ। ਤਾਂ ਕਲਾਸ ਤੁਸੀਂ ਕ੍ਰੀਏਟ ਕਰ ਲਈ ਹੈ। ਇਸ ਤੋਂ ਅਗਲਾ ਕੰਮ ਸਾਡੇ ਕੋਲ ਆਉਂਦਾ ਹੈ ਕਲਾਸ ਵਰਕ ਦਾ। ਤਾਂ ਕਲਾਸ ਵਰਕ ਵਾਸਤੇ ਸਕਰੀਨ ਦੇ ਉੱਪਰ ਬਿਲਕੁਲ ਨੀਚੇ ਪਲੱਸ ਦਾ ਨਿਸ਼ਾਨ ਹੈ ਬਲੂ ਕਲਰ ਦੇ ਵਿੱਚ, ਜਿੱਥੇ ਐਰੋ ਮਾਰਕ ਦੇ ਨਾਲ ਮੈਂ ਤੁਹਾਨੂੰ ਦਿਖਾ ਰਿਹਾ ਹਾਂ। ਤਾਂ ਜਦੋਂ ਅਸੀਂ ਇਸ ਨੂੰ ਟੱਚ ਕਰਦੇ ਹਾਂ ਤਾਂ ਸਾਨੂੰ 4-5 ਆਪਸ਼ਨਸ ਦਿੰਦਾ ਹੈ: ਅਸਾਈਨਮੈਂਟ, ਕੁਐਸਚਨ, ਮਟੀਰੀਅਲ, ਟੌਪਿਕ ਔਰ ਰੀਯੂਜ਼ ਪੋਸਟ। ਤਾਂ ਸਭ ਤੋਂ ਪਹਿਲਾਂ ਆਪਾਂ ਟੌਪਿਕ ਕ੍ਰੀਏਟ ਕਰਾਂਗੇ। ਟੌਪਿਕ ਤੁਸੀਂ ਸਿਲੇਬਸ ਦੀ ਵੰਡ ਦੇ ਮੁਤਾਬਕ ਜਾਂ ਆਪਣੀ ਸੂਝ-ਬੂਝ ਦੇ ਮੁਤਾਬਕ ਕੋਈ ਵੀ ਲੈ ਸਕਦੇ ਹੋ। ਤਾਂ ਜਿਸ ਤਰ੍ਹਾਂ ਮੈਂ ਇੱਥੇ ਟੌਪਿਕ ਲਿਆ ਹੈ ਗ੍ਰਾਮਰ, ਸੋ ਮੈਂ ਇੱਥੇ ਗ੍ਰਾਮਰ ਲਿਖ ਕੇ ਇਸ ਨੂੰ ਐਡ ਕਰ ਦਿੱਤਾ। ਸੋ ਇਹ ਗ੍ਰਾਮਰ ਦਾ ਟੌਪਿਕ ਇੱਥੇ ਐਡ ਹੋ ਗਿਆ। ਹੁਣ ਆਪਾਂ ਦੇਖਦੇ ਹਾਂ ਕਿ ਆਪਾਂ ਕਲਾਸ ਵਰਕ ਦੇ ਵਿੱਚ ਅੱਗੇ ਕੀ ਕਰ ਸਕਦੇ ਹਾਂ। ਸੋ ਇੱਥੇ ਫਿਰ ਅਸੀਂ ਟੱਚ ਕੀਤਾ। ਸੋ ਸਾਡੇ ਕੋਲ ਆਪਸ਼ਨ ਜਿਹੜੀ ਹੈਗੀ ਆ ਟੌਪਿਕ ਤੋਂ ਉੱਪਰ ਆਪਾਂ ਦੇਖਦੇ ਹਾਂ ਮਟੀਰੀਅਲ। ਜਿਸ ਤਰ੍ਹਾਂ ਆਪਾਂ ਬਹੁਤ ਸਾਰਾ ਮਟੀਰੀਅਲ ਆਪਣੇ ਬੱਚਿਆਂ ਨਾਲ ਸ਼ੇਅਰ ਕਰ ਰਹੇ ਹਾਂ ਅੱਜ ਕੱਲ੍ਹ। ਸੋ PDF ਭੇਜਣੇ ਹੋ ਸਕਦੇ ਆ, ਆਡੀਓ ਜਾਂ ਵੀਡੀਓ ਹੋ ਸਕਦੇ ਆ। ਸੋ ਉਸ ਨੂੰ ਭੇਜਣ ਵਾਸਤੇ ਅਸੀਂ ਇਸ ਦੀ ਵਰਤੋਂ ਕਰਾਂਗੇ। ਸੋ ਇਸ ਦੇ ਵਿੱਚ ਮੈਂ ਟਾਈਟਲ ਲਿਖ ਦਿੱਤਾ ਹੈ ਡੇਲੀ ਡੋਜ਼, ਡਿਸਕ੍ਰਿਪਸ਼ਨ ਲਿਖ ਦਿੱਤਾ ਹੈ ਉਸਦਾ, ਔਰ ਟੌਪਿਕ ਦੇ ਵਿੱਚ ਮੈਂ ਇੱਥੇ ਨੋ ਟੌਪਿਕ ਵੀ ਰੱਖ ਸਕਦਾ ਜਾਂ ਗ੍ਰਾਮਰ ਕੁਝ ਵੀ ਕਰ ਸਕਦਾ। ਮੈਂ ਫਿਲਹਾਲ ਇਹਦੇ ਵਿੱਚ ਕੋਈ ਟੌਪਿਕ ਸਿਲੈਕਟ ਨਹੀਂ ਕੀਤਾ। ਇਸ ਤੋਂ ਬਾਅਦ ਮੈਂ ਸਿਲੈਕਟ ਕਰਾਂਗਾ ਕਲਾਸ, ਜਿਸ ਦੇ ਨਾਲ ਮੈਂ ਇਹ ਜਿਹੜਾ ਮਟੀਰੀਅਲ ਸ਼ੇਅਰ ਕਰਨਾ ਹੈ। ਸੋ ਇਸ ਦੇ ਉੱਤੇ ਕਲਿੱਕ ਕੀਤਾ ਤਾਂ ਇਸ ਦੇ ਵਿੱਚ 2 ਕਲਾਸਿਸ ਜਿਹੜੀਆਂ ਮੈਂ ਐਡ ਕੀਤੀਆਂ ਹੋਈਆਂ, ਮਤਲਬ ਕ੍ਰੀਏਟ ਕੀਤੀਆਂ ਹੋਈਆਂ, ਉਹ ਇੱਥੇ ਦਿਖਾਈ ਦੇ ਰਹੀਆਂ ਨੇ। ਸੋ ਉਹਨਾਂ ਨੂੰ ਮੈਂ ਚਾਹਾਂ ਤਾਂ ਦੋਹਾਂ ਨੂੰ ਇਕੱਠੇ ਵੀ ਇਹ ਮਟੀਰੀਅਲ ਜਿਹੜਾ ਉਹ ਸੈਂਡ ਕਰ ਸਕਦਾ ਹਾਂ। ਸੋ ਦੋਹਾਂ ਨੂੰ ਦੇ ਉੱਪਰ ਟਿਕ ਲਗਾ ਕੇ ਆਪਾਂ ਇੱਥੇ ਡਨ ਕਰ ਦਿਆਂਗੇ। ਫਿਲਹਾਲ ਆਪਾਂ ਇੱਕ 10th ਕਲਾਸ ਨੂੰ ਭੇਜ ਰਹੇ ਹਾਂ। ਉਸ ਦੇ ਨਾਲ ਹੀ ਆਲ ਸਟੂਡੈਂਟਸ ਲਿਖਿਆ ਹੋਇਆ ਹੈ, ਇੱਥੇ ਕਲਿੱਕ ਕਰਕੇ ਆਪਾਂ ਇਹ ਵੀ ਸਟੂਡੈਂਟਸ ਨੂੰ ਵੀ ਡਿਸਾਈਡ ਕਰ ਸਕਦੇ ਹਾਂ ਕਿ ਅਸੀਂ ਸਾਰੇ ਸਟੂਡੈਂਟਸ ਨੂੰ ਭੇਜਣਾ ਹੈ ਮਟੀਰੀਅਲ ਜਾਂ ਕੁਝ ਸਿਲੈਕਟਡ ਸਟੂਡੈਂਟਸ ਨੂੰ ਭੇਜਣਾ ਹੈ। ਇਸ ਤੋਂ ਅਗਲਾ ਕੰਮ ਹੈ ਮਟੀਰੀਅਲ। ਤਾਂ ਮਟੀਰੀਅਲ ਨੂੰ ਅਸੀਂ ਅਟੈਚ ਕਰਾਂਗੇ ਹੁਣ। ਸੋ ਇਸ ਨੂੰ ਅਟੈਚ ਕਰਨ ਦੇ ਬਟਨ ਦੇ ਉੱਤੇ ਕਲਿੱਕ ਕਰਦਿਆਂ ਹੀ ਸਾਡੇ ਕੋਲ ਕੁਝ ਆਪਸ਼ਨਸ ਆ ਜਾਂਦੀਆਂ ਨੇ, ਜਿਸ ਤਰ੍ਹਾਂ ਡਰਾਈਵ ਹੈ, ਲਿੰਕ, ਫਾਈਲ, ਟੇਕ ਫੋਟੋ, ਰਿਕਾਰਡ ਵੀਡੀਓ ਜਾਂ ਨਿਊ PDF ਵਗੈਰਾ। ਸੋ ਆਪਾਂ ਇੱਕ ਇੱਕ ਕਰਕੇ ਦੇਖਦੇ ਹਾਂ। ਪਹਿਲਾਂ ਆਪਾਂ ਡਰਾਈਵ ਦੇ ਉੱਤੇ ਟੱਚ ਕੀਤਾ। ਸੋ ਡਰਾਈਵ, ਮਾਈ ਡਰਾਈਵ ਤੁਹਾਡੀ ਜਿਹੜੀ ਗੂਗਲ ਡਰਾਈਵ ਦੇ ਉੱਪਰ ਤੁਹਾਨੂੰ ਇਹ ਲੈ ਕੇ ਜਾਏਗਾ। ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਗੂਗਲ ਦੇ ਜਿੰਨੇ ਵੀ ਪ੍ਰੋਡਕਟ ਨੇ ਆਲਮੋਸਟ ਉਹ ਸਾਰੇ ਹੀ ਗੂਗਲ ਡਰਾਈਵ ਦੇ ਨਾਲ ਜੁੜੇ ਹੁੰਦੇ ਨੇ। ਤੇ ਗੂਗਲ ਕਲਾਸਰੂਮ ਜਦੋਂ ਆਪਾਂ ਕੋਈ ਕਲਾਸ ਐਡ ਕਰਦੇ ਹਾਂ, ਜਿਵੇਂ ਹੀ ਉਹਦੇ ਨਾਲ ਹੀ ਗੂਗਲ ਡਰਾਈਵ ਦੇ ਉੱਤੇ ਵੀ ਇੱਕ ਉਸਦਾ ਫੋਲਡਰ ਅਲੱਗ ਤੋਂ ਕ੍ਰੀਏਟ ਹੋ ਜਾਂਦਾ ਹੈ। ਸੋ ਮਾਈ ਡਰਾਈਵ ਦੇ ਵਿੱਚ ਜਾ ਕੇ ਆਪਾਂ ਆਪਣੇ ਉਸ ਫੋਲਡਰ ਤੋਂ ਜਾਂ ਆਪਣੇ ਗੂਗਲ ਡਰਾਈਵ ਤੋਂ ਕਿਤੋਂ ਵੀ ਕੋਈ ਵੀ ਮਟੀਰੀਅਲ ਇੱਥੋਂ ਚੱਕ ਕੇ ਅਟੈਚ ਕਰ ਸਕਦੇ ਹਾਂ।
ਉਸ ਦੇ ਨਾਲ ਹੀ ਉਸ ਤੋਂ ਅਗਲੀ ਆਪਸ਼ਨ ਹੈ ਲਿੰਕ ਜਿਸ ਤਰ੍ਹਾਂ ਆਪਾਂ ਅੱਜ ਕੱਲ੍ਹ ਗੂਗਲ ਕੁਇਜ਼ ਲਿੰਕ ਦੇ ਰੂਪ ਵਿੱਚ ਭੇਜ ਰਹੇ ਹਾਂ। ਇਹ ਲਿੰਕ ਕੋਈ ਵੀਡੀਓ ਵੀ ਕਿਸੇ ਵੀਡੀਓ ਦਾ ਲਿੰਕ ਵੀ ਹੋ ਸਕਦਾ, ਕੁਝ ਵੀ ਹੋ ਸਕਦਾ ਹੈ। ਉਹ ਲਿੰਕ ਨੂੰ ਇੱਥੇ ਅਸੀਂ ਟਾਈਪ ਕਰ ਦਿਆਂਗੇ ਔਰ ਐਡ ਦੇ ਉੱਪਰ ਕਲਿੱਕ ਕਰ ਦਿਆਂਗੇ। ਸੋ ਇਸ ਤੋਂ ਅਗਲੀ ਆਪਸ਼ਨ ਹੈ ਸਾਡੇ ਕੋਲ ਫਾਈਲ ਦੀ। ਸੋ ਫਾਈਲ ਦੇ ਉੱਤੇ ਟੱਚ ਕਰਾਂਗੇ ਤਾਂ ਸਾਡੇ ਮੋਬਾਈਲ ਫੋਨ ਦੇ ਵਿੱਚ ਜਿਹੜੀ ਉਸ ਦੀ ਮੈਮਰੀ ਦੇ ਵਿੱਚ ਜੋ ਕੁਝ ਪਿਆ ਹੋਇਆ ਉਹ ਆਪਾਂ ਇੱਥੋਂ ਸਿਲੈਕਟ ਕਰਕੇ ਇਹਦੇ ਨਾਲ ਅਟੈਚ ਕਰ ਸਕਦੇ ਹਾਂ। ਸੋ ਇਸ ਤਰ੍ਹਾਂ ਜਿਵੇਂ ਮਟੀਰੀਅਲ ਅਟੈਚ ਹੋ ਗਿਆ ਹੈ ਨੀਚੇ, ਤਾਂ ਹੁਣ ਇਸ ਤੋਂ ਅਗਲਾ ਸਟੈਪ ਜਿਹੜਾ ਹੁੰਦਾ ਸਾਡਾ ਮਟੀਰੀਅਲ ਨੂੰ ਸੈਂਡ ਕਰਦਾ। ਆਪਾਂ ਇਸ ਮਟੀਰੀਅਲ ਨੂੰ ਇੱਥੋਂ ਕਲਿੱਕ ਕਰਕੇ ਸੈਂਡ ਕਰ ਸਕਦੇ ਹਾਂ, ਜਾਂ ਫਿਰ ਜੇ ਅਸੀਂ ਹੁਣੇ ਸੈਂਡ ਨਹੀਂ ਕਰਨਾ ਚਾਹੁੰਦੇ ਤਾਂ ਸਾਡੇ ਕੋਲ ਹੋਰ ਆਪਸ਼ਨਸ ਵੀ ਹਨ, ਜਿਸ ਤਰ੍ਹਾਂ ਸ਼ੈਡਿਊਲ ਹੈ, ਸੇਵ ਡਰਾਫਟ ਹੈ। ਸ਼ੈਡਿਊਲ ਦਾ ਭਾਵ ਹੈ ਕਿ ਉਸ ਆਪਾਂ ਡੇਲੀ ਡੋਜ਼ ਹੁਣੇ ਨਹੀਂ ਭੇਜਣੇ ਚਾਹੁੰਦੇ, ਕੱਲ ਭੇਜਣੇ ਚਾਹੁੰਦੇ ਹਾਂ ਜਾਂ ਕੁਝ ਘੰਟੇ ਬਾਅਦ ਭੇਜਣੇ ਚਾਹੁੰਦੇ ਹਾਂ ਤਾਂ ਅਸੀਂ ਇਹਨੂੰ ਸ਼ੈਡਿਊਲ ਕਰ ਸਕਦੇ ਹਾਂ। ਸੇਵ ਡਰਾਫਟ ਹੈ ਜੇ ਅਸੀਂ ਇਸ ਨੂੰ ਫਿਲਹਾਲ ਸੇਵ ਕਰਕੇ ਰੱਖਣਾ ਚਾਹੁੰਦੇ ਹਾਂ। ਡਿਲੀਟ ਡਰਾਫਟ ਹੈ ਜੇ ਸਾਡੇ ਕੋਲੋਂ ਕੁਝ ਸਾਨੂੰ ਲੱਗਦਾ ਕਿ ਨਹੀਂ ਮੈਂ ਹਾਲੇ ਮੇਰੇ ਕੋਲ ਮਟੀਰੀਅਲ ਅਵੇਲੇਬਲ ਨਹੀਂ ਹੈ ਤਾਂ ਜਾਂ ਫਾਲਤੂ ਦੇ ਵਿੱਚ ਕ੍ਰੀਏਟ ਹੋ ਗਿਆ ਤਾਂ ਇਹਨੂੰ ਆਪਾਂ ਡਿਲੀਟ ਵੀ ਕਰ ਸਕਦੇ ਹਾਂ ਇਸ ਡਰਾਫਟ ਨੂੰ। ਸੋ ਮਟੀਰੀਅਲ ਤੋਂ ਨੈਕਸਟ ਹੈ ਸਾਡੇ ਕੋਲ ਕੁਐਸਚਨ। ਤਾਂ ਅਸੀਂ ਆਪਣੇ ਕਲਾਸ ਦੇ ਵਿੱਚ ਕੁਐਸਚਨ ਵੀ ਪੁੱਟ ਕਰ ਸਕਦੇ ਹਾਂ। ਕੁਐਸਚਨ ਦਾ ਭਾਵ ਇਹ ਹੁੰਦਾ ਕਿ ਇਹ ਲੰਬਾ ਟੈਸਟ ਨਹੀਂ ਹੁੰਦਾ, ਅਸੀਂ ਫਟਾਫਟ ਕੋਈ ਜਾਣਕਾਰੀ ਬੱਚਿਆਂ ਤੋਂ ਲੈਣੀ ਚਾਹੁੰਦੇ ਹਾਂ ਤਾਂ ਉਹ ਇੱਥੇ ਅਸੀਂ ਕੁਐਸਚਨ ਜਿਹੜਾ ਹੈ ਉਹ ਲਿਖ ਦਿਆਂਗੇ ਜਾਂ ਟਾਈਪ ਕਰ ਦਿਆਂਗੇ। ਜਿਸ ਤਰ੍ਹਾਂ ਮੈਂ ਕੁਐਸਚਨ ਲਿਖ ਦਿੱਤਾ ਵਾਟ ਇਜ਼ ਅ ਨਾਊਨ, ਨੀਚੇ ਇੰਸਟਰਕਸ਼ਨਸ ਦੇ ਵਿੱਚ ਲਿਖ ਦਿੱਤਾ ਆਨਸਰ ਇਨ 1 or 2 sentences। ਉਸ ਤੋਂ ਨੀਚੇ ਹੈ ਪੁਆਇੰਟਸ, ਇਸ ਦੇ ਮੈਂ ਨੰਬਰ ਕਿੰਨੇ ਰੱਖਣੇ ਚਾਹੁੰਦਾ ਹਾਂ, ਪੁਆਇੰਟ ਉੱਤੇ ਕਲਿੱਕ ਕੀਤਾ ਤਾਂ 100 ਨੂੰ ਮੈਂ 100 ਪੁਆਇੰਟ ਦਾ ਰੱਖਣਾ ਤਾਂ 100 ਵੀ ਰੱਖ ਸਕਦਾ ਹਾਂ, ਅਦਰਵਾਈਜ਼ ਮੈਂ ਇੱਥੇ 10 ਨੰਬਰ ਦਾ ਇਹ ਪੁਆਇੰਟ ਰੱਖਦਾ। ਉਸ ਤੋਂ ਨੀਚੇ ਹੈ ਨੋ ਡਿਊ ਡੇਟ ਹੈ, ਜਾਂ ਜੇ ਅਗਰ ਤੁਸੀਂ ਕੋਈ ਡੇਟ ਇਹਦੇ ਵਾਸਤੇ ਫਿਕਸ ਕਰਨੀ ਚਾਹੁੰਦੇ ਹੋ ਤਾਂ ਇੱਥੇ ਕਲਿੱਕ ਕਰ ਦਿਓਗੇ ਤੇ ਉਹ ਜਿਹੜਾ ਕੈਲੰਡਰ ਖੁੱਲ ਜਾਂਦਾ ਹੈ ਤਾਂ ਆਪਾਂ ਉਸ ਦੀ ਡਿਊ ਡੇਟ ਰੱਖ ਸਕਦੇ ਹਾਂ। ਨੀਚੇ ਟੌਪਿਕ ਹੈ, ਟੌਪਿਕ ਵੀ ਸਾਡੀ ਮਰਜ਼ੀ ਹੈ। ਉਸ ਤੋਂ ਨੀਚੇ ਹੈ ਸ਼ਾਰਟ ਆਨਸਰ, ਯਾਨੀ ਕਿ ਇਹ ਕੁਐਸਚਨ ਦੀ ਟਾਈਪ ਹੈ, ਜਿਹੜਾ ਕੁਐਸਚਨ ਅਸੀਂ ਭੇਜਿਆ ਹੈ ਉਸਦੇ ਆਨਸਰ ਦੀ ਟਾਈਪ ਹੈ। ਇੱਥੇ ਅਸੀਂ ਟੱਚ ਕਰਾਂਗੇ ਤਾਂ ਸਾਡੇ ਕੋਲ ਇਹ ਦੋ ਆਪਸ਼ਨਸ ਦੇ ਦਿੰਦਾ ਹੈ, ਸ਼ਾਰਟ ਆਨਸਰ ਜਾਂ ਮਲਟੀਪਲ ਚੁਆਇਸ। ਬਿਲਕੁਲ ਨੀਚੇ ਦੇਖੋ। ਇਸ ਤੋਂ ਨੀਚੇ ਆਪਸ਼ਨ ਸਾਡੇ ਕੋਲ ਇਹ ਵੀ ਹੈ ਕਿ ਸਟੂਡੈਂਟ ਕੈਨ ਐਡਿਟ ਆਨਸਰ। ਸਟੂਡੈਂਟ ਇੱਕ ਵਾਰੀ ਆਨਸਰ ਭੇਜ ਦਿੱਤਾ, ਸਟੂਡੈਂਟ ਚਾਹੇ ਤਾਂ ਆਪਣੇ ਆਨਸਰ ਨੂੰ ਬਦਲ ਵੀ ਸਕਦਾ ਹੈ, ਤੁਹਾਡੇ ਹੱਥ ਵਿੱਚ ਹੈ। ਜੇ ਤੁਸੀਂ ਚਾਹੁੰਦੇ ਹੋ ਕਿ ਉਹਦਾ ਪਹਿਲਾ ਆਨਸਰ ਹੀ ਰੱਖਣਾ ਹੈ ਤਾਂ ਤੁਸੀਂ ਇਹ ਵਾਲੀ ਜਿਹੜੀ ਜਿੱਥੇ ਰੈੱਡ ਐਰੋ ਲੱਗਿਆ ਹੋਇਆ ਇਸ ਨੂੰ ਡਿਸੇਬਲ ਕਰ ਦੇਣਾ ਹੈ, ਅਦਰਵਾਈਜ਼ ਤੁਸੀਂ ਇਸ ਨੂੰ ਇਨੇਬਲ ਕਰ ਲੈਣਾ ਹੈ। ਇਸੇ ਤਰੀਕੇ ਨਾਲ ਸਟੂਡੈਂਟਸ ਕੈਨ ਰਿਪਲਾਈ ਟੂ ਈਚ ਅਦਰ। ਇਸ ਕੁਐਸਚਨ ਬਾਰੇ ਸਟੂਡੈਂਟਸ ਜੇ ਆਪਸ ਦੇ ਵਿੱਚ ਚਰਚਾ ਕਰਨਾ ਚਾਹਣ ਤਾਂ ਉਹ ਕਲਾਸਰੂਮ ਦੇ ਵਿੱਚ ਇੱਕ ਦੂਸਰੇ ਨੂੰ ਮੈਸੇਜ ਵੀ ਕਰ ਸਕਦੇ ਹਨ। ਕੁਐਸਚਨ ਤੋਂ ਨੈਕਸਟ ਹੈ ਅਸਾਈਨਮੈਂਟ। ਅਸਾਈਨਮੈਂਟ ਦਾ ਅਰਥ ਹੈ ਕਿ ਅਧਿਆਪਕ ਵਿਦਿਆਰਥੀਆਂ ਨੂੰ ਕੋਈ ਕੰਮ ਦੇਣਾ ਚਾਹੁੰਦਾ ਹੈ ਜਾਂ ਉਹਨਾਂ ਦਾ ਕੋਈ ਟੈਸਟ ਵਗੈਰਾ ਲੈਣਾ ਚਾਹੁੰਦਾ ਹੈ ਤਾਂ ਉਹ ਅਸਾਈਨਮੈਂਟ ਦੇ ਉੱਤੇ ਟੱਚ ਕਰੇਗਾ। ਸੋ ਇਹ ਤੁਹਾਡੇ ਸਾਹਮਣੇ ਅਸਾਈਨਮੈਂਟ ਹੈ, ਵੀਕਲੀ ਟੈਸਟ, ਫਿਰ ਉਸਦੀ ਡਿਸਕ੍ਰਿਪਸ਼ਨ ਹੈ, ਟੈਸਟ ਵਿੱਚ ਭਾਗ ਲੈਣਾ ਲਾਜ਼ਮੀ ਹੈ, ਫਿਰ ਨੀਚੇ ਉਸਦੇ ਪੁਆਇੰਟਸ ਹਨ, 100 ਪੁਆਇੰਟਸ ਬਾਈ ਡਿਫਾਲਟ ਲਿਖਿਆ ਹੁੰਦਾ ਹੈ। ਸੋ ਇਹਦੇ ਉੱਤੇ ਟੱਚ ਕੀਤਾ ਤਾਂ ਉਹ ਪੁਆਇੰਟ ਵੈਲਿਊ ਚੇਂਜ ਕਰਕੇ ਆਪਾਂ ਫਰਜ਼ ਕਰੋ 20 ਨੰਬਰ ਦਾ ਟੈਸਟ ਲੈਣਾ ਚਾਹੁੰਦੇ ਹਾਂ ਤਾਂ 20 ਇੱਥੇ ਸਿਲੈਕਟ ਕਰ ਲਿਆ ਹੈ। ਉਸ ਤੋਂ ਅੱਗੇ ਹੈ ਡਿਊ ਡੇਟ। ਸੋ ਇੱਥੇ ਕਲਿੱਕ ਕਰਕੇ ਤੁਸੀਂ ਉਸ ਟੈਸਟ ਦੀ ਡੇਟ ਜਿਹੜੀ ਹੈ ਉਹ ਡਿਕਲੇਅਰ ਕਰ ਸਕਦੇ ਹੋ, ਜਿਸ ਤਰ੍ਹਾਂ ਇੱਥੇ 30 ਜੂਨ ਡਿਕਲੇਅਰ ਕੀਤੀ ਗਈ ਹੈ। ਉਸ ਦੇ ਨਾਲ ਹੀ ਟਾਈਮ ਵੀ ਤੁਸੀਂ ਦੇ ਸਕਦੇ ਹੋ, ਜਿਸ ਤਰ੍ਹਾਂ 10:05 ਦਾ ਟਾਈਮ ਆਪਾਂ ਦੇ ਦਿੱਤਾ। ਉਸ ਤੋਂ ਬਾਅਦ ਹੈ ਟੌਪਿਕ ਦੇ ਉੱਤੇ ਟੱਚ ਕਰਾਂਗੇ ਤੇ ਟੌਪਿਕ ਸਿਲੈਕਟ ਕਰ ਲਵਾਂਗੇ ਆਪਾਂ, ਜਿਸ ਤਰ੍ਹਾਂ ਗ੍ਰਾਮਰ ਦਾ ਟੈਸਟ ਬੱਚਿਆਂ ਤੋਂ ਲੈਣਾ ਚਾਹੁੰਦੇ ਹਾਂ ਅਸੀਂ। ਉਸ ਤੋਂ ਅਗਲਾ ਚੀਜ਼ ਹੈ ਜਿਹੜੀ ਉਹ ਟੈਸਟ ਦਾ ਡਾਕੂਮੈਂਟ ਬੱਚੇ ਤੱਕ ਭੇਜਣਾ, ਜਿਸ ਤਰ੍ਹਾਂ ਆਪਾਂ ਗੂਗਲ ਕੁਇਜ਼ ਵਗੈਰਾ ਬੱਚਿਆਂ ਨੂੰ ਭੇਜਦੇ ਹਾਂ। ਸੋ ਇਸ ਜਗ੍ਹਾ ਦੇ ਉੱਤੇ ਆਪਾਂ ਜਦੋਂ ਟੱਚ ਕਰਾਂਗੇ ਅਟੈਚਮੈਂਟ ਦੇ ਉੱਪਰ ਤਾਂ ਉਹ ਜਿਹੜੀ ਹੈ ਜਿਸ ਤਰੀਕੇ ਨਾਲ ਪਹਿਲਾਂ ਆਪਾਂ ਅਟੈਚਮੈਂਟ ਕੀਤੀ ਸੀ ਮਟੀਰੀਅਲ ਦੇ ਅੰਦਰ, ਉਸੇ ਤਰੀਕੇ ਨਾਲ ਇੱਥੇ ਵੀ ਜਿਹੜੀ ਅਟੈਚਮੈਂਟ ਹੈ ਅਸੀਂ ਚਾਹੇ ਤਾਂ ਉਹ ਆਪਣੀ ਗੂਗਲ ਡਰਾਈਵ ਤੋਂ ਕਰ ਦਈਏ, ਚਾਹੇ ਆਪਣੇ ਮੋਬਾਈਲ ਫੋਨ ਦੀ ਮੈਮਰੀ ਚੋਂ ਕਰ ਦਈਏ। ਜਿਸ ਤਰ੍ਹਾਂ ਇੱਥੇ ਨੀਚੇ ਲਿਖਿਆ ਹੋਇਆ ਮਟੀਰੀਅਲ ਦੇ ਨੀਚੇ ਨਾਊਨ ਐਂਡ ਇਟਸ ਟਾਈਪਸ, ਇਟ ਮੀਨਸ ਜਿਹੜਾ ਜੋ ਵੀ ਮਟੀਰੀਅਲ ਅਸੀਂ ਅਟੈਚ ਕਰਨਾ ਸੀ ਉਹ ਅਟੈਚ ਕਰ ਚੁੱਕੇ ਹਾਂ। ਉਸ ਤੋਂ ਅਗਲਾ ਸਟੈਪ ਹੈ ਇਸ ਨੂੰ ਭੇਜਣ ਦਾ ਟੈਸਟ ਨੂੰ। ਸੋ ਇੱਥੇ ਅਸੀਂ ਸੇਵ ਕਰ ਦਿਆਂਗੇ। ਸੇਵ ਕਰਨ ਇੱਥੇ ਇਸ ਕਰਕੇ ਕਰ ਰਹੇ ਹਾਂ ਅਸੀਂ ਕਿਉਂਕਿ ਇਹ ਟੈਸਟ ਜਿਹੜਾ ਹੈ ਉਹ 30 ਜੂਨ ਨੂੰ ਹੋਣਾ ਹੈ। ਸੋ ਇਸ ਕਰਕੇ ਇਸ ਨੂੰ ਇੱਥੇ ਸੇਵ ਕਰਾਂਗੇ। ਸੋ ਇਹ ਤੁਹਾਡੇ ਕਲਾਸਰੂਮ ਦੇ ਵਿੱਚ ਸੇਵ ਹੋ ਜਾਂਦਾ ਹੈ। ਹੁਣ ਆਪਾਂ ਗੱਲ ਕਰਾਂਗੇ ਵਿਦਿਆਰਥੀ ਦੇ ਪੱਖ ਤੋਂ ਕਿ ਵਿਦਿਆਰਥੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਿਸ ਤਰ੍ਹਾਂ ਹੈਂਡਲ ਕਰਨਗੇ। ਵਿਦਿਆਰਥੀ ਨੇ
ਇਹ ਮੰਨ ਕੇ ਚੱਲਾਂਗੇ ਆਪਾਂ ਕਿ ਵਿਦਿਆਰਥੀ ਨੇ ਤੁਹਾਡੀ ਕਲਾਸ ਜੁਆਇਨ ਕਰ ਲਈ ਹੈ, ਚਾਹੇ ਉਹਨੇ ਕੋਡ ਭਰ ਕੇ ਕਲਾਸ ਜੁਆਇਨ ਕੀਤੀ ਹੈ ਜਾਂ ਤੁਸੀਂ ਉਸਨੂੰ ਈਮੇਲ ਦੇ ਥਰੂ ਇਨਵਾਈਟ ਕੀਤਾ ਔਰ ਉਹਨੇ ਉਸ ਇਨਵਾਈਟ ਨੂੰ ਐਕਸੈਪਟ ਕੀਤਾ ਤੇ ਤੁਹਾਡੀ ਕਲਾਸ ਵਿੱਚ ਉਹ ਐਡ ਹੋ ਚੁੱਕਿਆ ਹੈ। ਇਹ ਜਿਹੜੀ ਸਕਰੀਨ ਤੁਹਾਡੇ ਵਿਦਿਆਰਥੀ ਦੀ ਸਕਰੀਨ ਹੈ, ਤੁਸੀਂ ਉਸਨੂੰ ਅਲੱਗ-ਅਲੱਗ ਉਹਦੇ ਕੁਐਸਚਨ ਪੁੱਟ ਕੀਤਾ ਹੋਇਆ, ਕੋਈ ਅਸਾਈਨਮੈਂਟ ਪਾਈ ਹੋਈ ਹੈ। ਇਹ ਵਿਦਿਆਰਥੀ ਨੂੰ ਇੱਥੇ ਉਸਦੀ ਸਟਰੀਮ ਦੇ ਵਿੱਚ ਸਾਰੀਆਂ ਚੀਜ਼ਾਂ ਦਿਖਾਈ ਦੇ ਰਹੀਆਂ ਹਨ। ਇਸੇ ਤਰੀਕੇ ਨਾਲ ਆਪਾਂ ਉਸਦੀ ਕਲਾਸ ਵਰਕ ਵਾਲੀ ਟੈਬ ਦੇ ਉੱਤੇ ਟੱਚ ਕਰਾਂਗੇ ਤਾਂ ਇਸ ਤਰੀਕੇ ਨਾਲ ਜਿਹੜੀਆਂ ਇਹ ਸਾਰੀਆਂ ਟੌਪਿਕ ਵਾਈਜ਼ ਇਹ ਚੀਜ਼ਾਂ ਜਿਹੜੀਆਂ ਸਾਰੀਆਂ ਉਸਨੂੰ ਦਿਖਾਈ ਦੇਣਗੀਆਂ। ਹੁਣ ਆਪਾਂ ਦੇਖਾਂਗੇ ਕਿ ਉਹ ਇੱਕ ਇੱਕ ਕਰਕੇ ਇਹਨਾਂ ਚੀਜ਼ਾਂ ਨੂੰ ਸੋਲਵ ਕਿਵੇਂ ਕਰਦਾ ਹੈ। ਤਾਂ ਸਭ ਤੋਂ ਉੱਪਰ ਜਿਹੜਾ ਕੁਐਸਚਨ ਹੈ ਪੁੱਟ ਕੀਤਾ ਹੋਇਆ, ਉਸ ਕੁਐਸਚਨ ਦੇ ਉੱਤੇ ਟੱਚ ਕੀਤਾ ਤਾਂ ਇਹ ਵਾਲੀ ਸਕਰੀਨ ਜਿਹੜੀ ਅਪੀਅਰ ਹੁੰਦੀ ਹੈ। ਇਸ ਵਿੱਚ ਵਿਦਿਆਰਥੀ ਨੇ ਇਸ ਜਗ੍ਹਾ ਦੇ ਉੱਤੇ ਆਪਣਾ ਆਨਸਰ ਟਾਈਪ ਕਰ ਦੇਣਾ ਹੈ। ਸੋ ਇਸ ਪ੍ਰਸ਼ਨ ਦਾ ਉੱਤਰ ਉਸਨੇ ਟਾਈਪ ਕਰ ਦਿੱਤਾ ਔਰ ਉਸਦੇ ਨੀਚੇ ਹੈਂਡ ਇਨ ਦਾ ਬਾਰ ਹੈ ਜਿਹੜਾ ਉਹ ਐਕਟੀਵੇਟ ਹੋ ਗਿਆ। ਹੁਣ ਇਸ ਜਗ੍ਹਾ ਦੇ ਉੱਤੇ ਵਿਦਿਆਰਥੀ ਟੱਚ ਕਰੇਗਾ ਔਰ ਇਹ ਉਸਦਾ ਜਿਹੜਾ ਆਨਸਰ ਹੈ ਉਹ ਅਧਿਆਪਕ ਕੋਲ ਪਹੁੰਚ ਗਿਆ, ਯਾਨੀ ਕਿ ਹੈਂਡਡ ਇਨ ਹੋ ਗਿਆ ਹੈ। ਸੋ ਆਪਣਾ ਇਹ ਵਾਲਾ ਕੰਮ ਹੈਂਡਡ ਇਨ ਕਰਕੇ ਵਿਦਿਆਰਥੀ ਅੱਗੇ ਵੱਧਦਾ ਹੈ। ਉਹ ਫਿਰ ਵੀਕਲੀ ਟੈਸਟ ਜਿਹੜਾ ਹੈ ਉਸ ਨੂੰ ਓਪਨ ਕਰੇਗਾ। ਵੀਕਲੀ ਟੈਸਟ ਨੂੰ ਓਪਨ ਕਰਦਾ ਹੈ ਤਾਂ ਇਸ ਤਰੀਕੇ ਨਾਲ ਉਸ ਦੀ ਸਕਰੀਨ ਦੇ ਉੱਪਰ ਵੀਕਲੀ ਟੈਸਟ ਜਿਹੜਾ ਅਟੈਚਮੈਂਟ ਦੇ ਰੂਪ ਵਿੱਚ ਜਿਸ ਤਰ੍ਹਾਂ ਤੁਸੀਂ ਸਾਹਮਣੇ ਦੇਖ ਰਹੇ ਹੋ 9th ਕਲਾਸ ਐਕਸਰਸਾਈਜ਼ 2.3 ਵਗੈਰਾ। ਸੋ ਇਸ ਜਗ੍ਹਾ ਦੇ ਉੱਤੇ ਟੱਚ ਕਰਕੇ ਉਹ ਇਸ ਟੈਸਟ ਨੂੰ ਵਿਦਿਆਰਥੀ ਸੋਲਵ ਕਰਦਾ ਹੈ, ਹੱਲ ਕਰਦਾ ਹੈ। ਜੇ ਗੂਗਲ ਕੁਇਜ਼ ਦੇ ਰੂਪ ਵਿੱਚ ਹੈ ਤਾਂ ਵਿਦਿਆਰਥੀ ਜਦੋਂ ਆਪਣੇ ਆਨਸਰ ਸਬਮਿਟ ਕਰਦਾ ਹੈ ਤਾਂ ਉਸ ਤੋਂ ਬਾਅਦ ਉਸਦਾ ਰਿਜ਼ਲਟ ਵਾਲੀ ਸਕਰੀਨ ਆਉਂਦੀ ਹੈ। ਸੋ ਆਪਣੇ ਰਿਜ਼ਲਟ ਦਾ ਸਕਰੀਨਸ਼ਾਟ ਲੈ ਕੇ ਆਪਣੇ ਅਧਿਆਪਕ ਨੂੰ ਭੇਜ ਸਕਦਾ ਹੈ, ਜਾਂ ਜੇ ਉਸਨੇ ਵੀਕਲੀ ਟੈਸਟ ਕਿਸੇ ਕਾਗਜ਼ ਦੇ ਉੱਪਰ ਸੋਲਵ ਕੀਤਾ ਹੈ ਤਾਂ ਉਸਦੀ ਫੋਟੋ ਖਿੱਚ ਕੇ ਜਾਂ ਉਸਨੂੰ ਸਕੈਨ ਕਰਕੇ ਵੀ ਆਪਣੇ ਟੀਚਰ ਤੱਕ ਭੇਜ ਸਕਦਾ ਹੈ। ਸੋ ਕਿਵੇਂ ਭੇਜੇਗਾ ਇਹ ਆਪਾਂ ਦੇਖਾਂਗੇ। ਨੀਚੇ ਦੇਖੋ ਯੋਰ ਵਰਕ ਲਿਖਿਆ ਹੋਇਆ ਹੈ, ਇਸ ਜਗ੍ਹਾ ਦੇ ਉੱਤੇ ਵਿਦਿਆਰਥੀ ਟੱਚ ਕਰੇਗਾ। ਸੋ ਇਹ ਸਕਰੀਨ ਉਸਦੇ ਸਾਹਮਣੇ ਅਪੀਅਰ ਹੋ ਜਾਂਦੀ ਹੈ। ਇਸ ਦੇ ਉੱਪਰ ਲਿਖਿਆ ਹੋਇਆ ਹੈ ਐਡ ਅਟੈਚਮੈਂਟ। ਸੋ ਇਸ ਜਗ੍ਹਾ ਦੇ ਉੱਤੇ ਵਿਦਿਆਰਥੀ ਐਡ ਅਟੈਚਮੈਂਟ ਦੇ ਉੱਪਰ ਟੱਚ ਕਰੇਗਾ। ਸੋ ਇਹ ਫਿਰ ਵਿਦਿਆਰਥੀ ਨੂੰ ਇਹ ਆਪਸ਼ਨਸ ਜਿਹੜੀਆਂ ਮਿਲ ਜਾਂਦੀਆਂ ਹਨ ਕਿ ਉਹ ਆਪਣੀ ਡਰਾਈਵ ਤੋਂ ਫਾਈਲ ਅਟੈਚ ਕਰਨੀ ਚਾਹੁੰਦਾ ਹੈ, ਫੋਨ ਤੋਂ ਅਟੈਚ ਕਰਨੀ ਚਾਹੁੰਦਾ ਹੈ, ਜਾਂ ਤਾਂ ਉਹ ਮੌਕੇ ਤੇ ਫੋਟੋ ਖਿੱਚ ਕੇ ਭੇਜਣੀ ਚਾਹੁੰਦਾ ਹੈ ਜਾਂ ਵੀਡੀਓ ਭੇਜਣਾ ਚਾਹੁੰਦਾ ਹੈ। ਜਿਸ ਤਰੀਕੇ ਨਾਲ ਵੀ ਜਿਵੇਂ ਅਧਿਆਪਕ ਨੇ ਇੱਕ ਫਾਈਲ ਅਟੈਚ ਕੀਤੀ ਸੀ, ਵਿਦਿਆਰਥੀ ਵੀ ਆਪਣੀ ਫਾਈਲ ਜਿਹੜੀ ਆ ਉਹ ਇਸ ਜਗ੍ਹਾ ਤੇ ਅਟੈਚ ਕਰ ਦਿੰਦਾ ਹੈ। ਇਸ ਜਗ੍ਹਾ ਤੇ ਦੇਖੋ ਉੱਪਰ ਫਾਈਲ ਅਟੈਚ ਹੋ ਚੁੱਕੀ ਹੈ ਸਕਰੀਨਸ਼ਾਟ ਵਾਲਾ ਜਿੱਥੇ ਨਾਮ ਲਿਖਿਆ ਹੋਇਆ ਹੈ। ਸੋ ਉਸ ਤੋਂ ਅਗਲਾ ਕੰਮ ਹੈ ਉਸਨੂੰ ਭੇਜਣ ਦਾ, ਯਾਨੀ ਕਿ ਉਹਨੂੰ ਹੈਂਡਲ ਕਰਨ ਦਾ। ਵਿਦਿਆਰਥੀ ਇੱਥੇ ਕਲਿੱਕ ਕਰਦਾ ਹੈ। ਸੋ ਇੱਕ ਟੈਕਸਟ ਬਾਕਸ ਜਿਹੜਾ ਅਪੀਅਰ ਹੁੰਦਾ ਹੈ, ਇੱਥੇ ਸਬਮਿਟ ਦੇ ਉੱਪਰ ਵਿਦਿਆਰਥੀ ਨੇ ਦੁਬਾਰਾ ਟੱਚ ਕਰਨਾ ਹੈ। ਸੋ ਹੁਣ ਦੇਖੋ ਨੀਚੇ ਲਿਖਿਆ ਹੋਇਆ ਹੈ ਵਰਕ ਸਬਮਿਟਡ। ਸੋ ਉਸਦਾ ਵਰਕ ਜਿਹੜਾ ਸਬਮਿਟ ਹੋ ਚੁੱਕਿਆ ਹੈ। ਜੇ ਵਿਦਿਆਰਥੀ ਨੂੰ ਲੱਗੇ ਕਿ ਉਸਦੇ ਕੋਲੋਂ ਗਲਤੀ ਨਾਲ ਕੋਈ ਹੋਰ ਫਾਈਲ ਸੈਂਡ ਹੋ ਗਈ ਹੈ ਤਾਂ ਉਹ ਅਨਸਬਮਿਟ ਕਰਕੇ ਇਸ ਨੂੰ ਦੁਬਾਰਾ ਤੋਂ ਫੇਰ ਵੀ ਅਟੈਚ ਕਰਕੇ ਆਪਣਾ ਵਰਕ ਜਿਹੜਾ ਦੁਬਾਰਾ ਵੀ ਭੇਜ ਸਕਦਾ ਹੈ। ਸੋ ਇਹ ਸੀ ਵਿਦਿਆਰਥੀ ਵੱਲੋਂ ਵੱਖ-ਵੱਖ ਜਿਹੜੀਆਂ ਕਿਰਿਆਵਾਂ ਇਸ ਦੇ ਵਿੱਚ ਜੋ ਕੀਤੀਆਂ ਜਾਂਦੀਆਂ ਹਨ ਉਸ ਨੂੰ ਹੱਲ ਕਰਨਾ। ਹੁਣ ਜੇ ਵਿਦਿਆਰਥੀ ਚਾਹੇ ਤਾਂ ਉਹ ਆਪਣਾ ਕੰਮ, ਉਸਦਾ ਕੀ ਡਿਊ ਹੈ, ਉਸਨੇ ਹੁਣ ਤੱਕ ਕਿੰਨਾ ਕੰਮ ਕੀਤਾ ਹੈ ਉਸਨੂੰ ਦੇਖਣਾ ਚਾਹੇ ਤਾਂ ਇਹ ਉੱਪਰ ਜੋ ਇੱਥੇ ਜਿਹੜਾ ਇੱਕ ਸਿੰਬਲ ਬਣਿਆ ਹੋਇਆ ਹੈ ਇਸ ਦੇ ਉੱਤੇ ਟੱਚ ਕਰਦਾ ਹੈ ਤਾਂ ਇਹ ਵਾਲੀ ਚੀਜ਼ ਉਹਦੀ ਸਕਰੀਨ ਦੇ ਉੱਤੇ ਅਪੀਅਰ ਹੁੰਦੀ ਹੈ। ਉੱਪਰ ਸਭ ਤੋਂ ਉੱਪਰ ਵਿਦਿਆਰਥੀ ਦੀ ਤਸਵੀਰ, ਉਸਦੀ ਜੋ ਡੀਪੀ ਲਾਈ ਹੁੰਦੀ ਹੈ ਉਹ ਅਪੀਅਰ ਹੁੰਦੀ ਹੈ। ਉਸਦੇ ਨੀਚੇ ਉਸਨੇ ਜਿੰਨੇ ਵੀ ਅਧਿਆਪਕ ਨੇ ਉਸਨੂੰ ਅਸਾਈਨਮੈਂਟਸ ਦਿੱਤੇ ਨੇ ਜਾਂ ਟਾਸਕ ਦਿੱਤੇ ਨੇ ਉਹ ਸਾਰੇ ਇੱਥੇ ਅਪੀਅਰ ਹੋ ਰਹੇ ਨੇ। ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਪਹਿਲਾ ਟਾਸਕ ਹੈ ਉਸਨੂੰ ਅਸਾਈਨਡ ਲਿਖਿਆ ਹੋਇਆ ਹੈ, ਉਸ ਤੋਂ ਨੀਚੇ ਹੈਂਡਡ ਇਨ ਹੈ, ਫਿਰ ਨੰਬਰ ਲਿਖੇ ਹੋਏ ਹਨ 90/100। ਸੋ ਇਹਨਾਂ ਸਾਰੀਆਂ ਚੀਜ਼ਾਂ ਦਾ ਭਾਵ ਇਹ ਹੈ, ਇਹਨਾਂ ਵਿੱਚ ਅਸਾਈਨਡ ਦਾ ਮਤਲਬ ਹੈ ਕਿ ਉਹ ਵਿਦਿਆਰਥੀ ਨੂੰ ਅਸਾਈਨ ਕੀਤਾ ਹੋਇਆ ਹੈ ਅਸਾਈਨਮੈਂਟ, ਪਰ ਵਿਦਿਆਰਥੀ ਨੇ ਹਾਲੇ ਇਹਨੂੰ ਹੱਲ ਨਹੀਂ ਕੀਤਾ। ਹੈਂਡਡ ਇਨ ਦਾ ਮਤਲਬ ਇਹ ਹੈ ਕਿ ਵਿਦਿਆਰਥੀ ਉਸਨੂੰ ਹੈਂਡ ਇਨ ਕਰ ਚੁੱਕਿਆ ਹੈ। ਔਰ ਜਿੱਥੇ ਨੰਬਰ ਲੱਗੇ ਹੋਏ ਹਨ ਉਸ ਦਾ ਭਾਵ ਇਹ ਹੈ ਕਿ ਅਧਿਆਪਕ ਨੇ ਉਸਨੂੰ ਉਸਦਾ ਜਿਹੜਾ ਕੰਮ ਹੈ ਉਸਨੂੰ ਮਾਰਕ ਕਰ ਦਿੱਤਾ ਹੈ। ਸੋ ਇਹ ਸੀ ਵਿਦਿਆਰਥੀ ਵੱਲੋਂ ਰਿਸਪੌਂਸ। ਹੁਣ ਹੈ ਕਿ ਵਿਦਿਆਰਥੀ ਨੇ ਜਦੋਂ ਕੰਮ ਕੀਤਾ ਤਾਂ ਅਧਿਆਪਕ ਉਸਦੇ ਕੰਮ ਦਾ ਰਿਸਪੌਂਸ ਕਿਸ ਤਰ੍ਹਾਂ ਦੇਵੇਗਾ ਕਲਾਸਰੂਮ ਦੇ ਵਿੱਚ। ਸੋ ਇਹ ਅਧਿਆਪਕ ਦੀ ਹੋਮ ਸਕਰੀਨ ਹੈ। ਸੋ ਇਸ ਦੇ ਵਿੱਚ ਅਧਿਆਪਕ ਨੇ ਦੇਖਿਆ ਕਿ ਉਸਨੇ ਇੱਕ ਕੁਐਸਚਨ ਪੁੱਟ ਕੀਤਾ ਸੀ, ਉਸ ਕੁਐਸਚਨ ਦਾ ਵਿਦਿਆਰਥੀ ਨੇ ਕੀ ਉੱਤਰ ਦਿੱਤਾ ਹੈ ਅਧਿਆਪਕ ਇਹ ਜਾਣਨਾ ਚਾਹੁੰਦਾ ਹੈ। ਉਹ ਇੱਥੇ ਟੱਚ ਕਰਦਾ ਹੈ ਤਾਂ ਇਸ ਤਰੀਕੇ ਨਾਲ ਸਮਰੀ ਜਿਹੜੀ ਹੈ ਉਹ ਓਪਨ ਹੋ ਜਾਂਦੀ ਹੈ। ਇਸ ਸਮਰੀ ਦੇ ਵਿੱਚ ਜਿੰਨੇ ਵੀ ਵਿਦਿਆਰਥੀਆਂ ਨੇ ਉਸਦੇ ਕੁਐਸਚਨ ਨੂੰ ਰਿਪਲਾਈ ਕੀਤਾ ਹੋਏਗਾ ਉਹ ਇੱਥੇ ਅਪੀਅਰ ਹੋ ਜਾਣਗੇ, ਜਿਨ੍ਹਾਂ ਨੇ ਵੀ ਉਸਨੂੰ ਹੈਂਡਡ ਇਨ ਕਰ ਚੁੱਕੇ ਹਨ, ਜਿਹੜੇ ਕੰਮ ਨੂੰ
ਸੋ ਇੱਥੇ ਇੱਕ ਵਿਦਿਆਰਥੀ ਜਿਹੜਾ ਹੈ ਉਸ ਦੀ ਤਸਵੀਰ ਦਿਖਾਈ ਦੇ ਰਹੀ ਹੈ। ਸੋ ਇਸਨੇ ਕੰਮ ਹੈਂਡਡ ਇਨ ਕੀਤਾ ਹੈ ਤਾਂ ਅਧਿਆਪਕ ਇਸ ਜਗ੍ਹਾ ਤੇ ਟੱਚ ਕਰਕੇ ਉਸ ਦੇ ਵਰਕ ਨੂੰ ਖੋਲਦਾ ਹੈ। ਸੋ ਇਹ ਅਧਿਆਪਕ ਦਾ ਕੁਐਸਚਨ ਸੀ, ਵਾਟ ਇਜ਼ ਅ ਨਾਊਨ। ਨੀਚੇ ਇਸ ਦਾ ਆਨਸਰ ਲਿਖ ਦਿੱਤਾ ਬੱਚੇ ਨੇ, ਨਾਊਨ ਇਜ਼ ਅ ਨੇਮਿੰਗ ਵਰਡ। ਸੋ ਅਧਿਆਪਕ ਜਿਹੜਾ ਹੈ ਹੁਣ ਇਸ ਦੇ ਮੁਤਾਬਕ ਉਸ ਨੂੰ ਨੰਬਰ ਦੇਣ ਜਾ ਰਿਹਾ ਹੈ। ਉਹ ਐਡ ਮਾਰਕ ਉੱਪਰ ਲਿਖਿਆ ਹੋਇਆ ਹੈ, ਇੱਥੇ ਅਧਿਆਪਕ ਨੰਬਰ ਲਿਖ ਦਿੰਦਾ ਹੈ 10 ਆਊਟ ਆਫ 10। ਇਸ ਤੋਂ ਅਗਲਾ ਕੰਮ ਹੈ ਰਿਟਰਨ ਕਰਨਾ। ਹੁਣ ਇਸ ਜਗ੍ਹਾ ਤੇ ਅਧਿਆਪਕ ਟੱਚ ਕਰੇਗਾ, ਸਕਰੀਨ ਅਪੀਅਰ ਹੁੰਦੀ ਹੈ ਕਿ ਇਹ ਵਰਕ ਜਿਹੜਾ ਉਹਨੂੰ ਕਨਫਰਮ ਕਰਨਾ ਹੈ। ਇਸ ਦੇ ਵਿੱਚ ਦੁਬਾਰਾ ਫਿਰ ਅਸੀਂ ਰਿਟਰਨ ਦੇ ਉੱਤੇ ਟੱਚ ਕੀਤਾ ਤਾਂ ਉਹ ਇਸ ਤਰੀਕੇ ਨਾਲ ਜਿਹੜਾ ਵਰਕ ਰਿਟਰਨਡ ਟੂ ਦੈਟ ਸਟੂਡੈਂਟ। ਠੀਕ ਹੈ, ਹੁਣ ਇਹ ਸਕਰੀਨ ਜਿਹੜੀ ਇਹ ਸ਼ੇਪ ਲੈ ਲੈਂਦੀ ਹੈ। ਇਸ ਵਿੱਚ ਵਿਦਿਆਰਥੀ ਦਾ ਨਾਮ ਹੈ ਔਰ ਉਸ ਦੇ ਨਾਲ ਉਸਦੇ ਨੰਬਰ ਵੀ ਲਿਖੇ ਹੋਏ ਹਨ। ਇਸੇ ਤਰੀਕੇ ਨਾਲ ਇੱਕ ਹੋਰ ਅਸਾਈਨਮੈਂਟ ਅਧਿਆਪਕ ਦੇਖ ਰਿਹਾ ਹੈ। ਇਹ ਅਸਾਈਨਮੈਂਟ ਉਹਨੇ ਆਪਣੇ 8 ਵਿਦਿਆਰਥੀਆਂ ਨੂੰ ਦਿੱਤੀ ਹੈ। ਸੋ ਇਹ 8 ਵਿਦਿਆਰਥੀਆਂ ਦੀ ਲਿਸਟ ਆ ਜਾਂਦੀ ਹੈ। ਤੁਸੀਂ ਦੇਖ ਰਹੇ ਹੋ ਸਕਰੀਨ ਦੇ ਉੱਪਰ ਲੈਫਟ ਸਾਈਡ ਤੇ ਹੈਂਡਡ ਇਨ ਦੇ ਵਿੱਚ 0 ਲਿਖਿਆ ਹੋਇਆ ਹੈ। ਇਸ ਦਾ ਅਰਥ ਹੈ ਕਿ ਹਾਲੇ ਤੱਕ ਕਿਸੇ ਵੀ ਵਿਦਿਆਰਥੀ ਨੇ ਇਸ ਨੂੰ ਹੈਂਡ ਇਨ ਨਹੀਂ ਕੀਤਾ, ਹਾਲੇ ਤੱਕ ਕੰਮ ਜਿਹੜਾ ਉਹ ਵਿਦਿਆਰਥੀਆਂ ਵੱਲੋਂ ਰਹਿੰਦਾ ਹੈ। ਤਾਂ ਅਧਿਆਪਕ ਚਾਹੇ ਤਾਂ ਇਸ ਦੇ ਬਾਰੇ ਕਲਾਸਰੂਮ ਦੇ ਵਿੱਚ ਕੋਈ ਮੈਸੇਜ ਵੀ ਪਾ ਸਕਦਾ ਹੈ। ਹੁਣ ਆਪਾਂ ਕਲਾਸਰੂਮ ਦੇ ਨਾਲ ਸੰਬੰਧਿਤ ਕੁਝ ਹੋਰ ਕੁਐਸਚਨਸ ਜਿਹੜੇ ਆ ਉਹਨਾਂ ਦੇ ਜਵਾਬ ਲੱਭਾਂਗੇ। ਹੋ ਸਕਦਾ ਹੈ ਇਸ ਪ੍ਰੈਜੈਂਟੇਸ਼ਨ ਦੇ ਦੌਰਾਨ ਤੁਹਾਡੇ ਮਾਈਂਡ ਦੇ ਵਿੱਚ ਵੀ ਕੋਈ ਕੁਐਸਚਨਸ ਆਏ ਹੋਣ। ਸੋ ਸਭ ਤੋਂ ਪਹਿਲਾ ਹੈ ਇਹਦੇ ਵਿੱਚ ਰੀਅਰੇਂਜਿੰਗ ਦਾ ਕੰਟੈਂਟਸ। ਅਧਿਆਪਕ ਜੋ ਕੁਝ ਵੀ ਸ਼ੇਅਰ ਕਰਦਾ ਹੈ ਉਹ ਸਾਰਾ ਕੁਝ ਕ੍ਰੋਨੋਲੋਜੀਕਲੀ ਇਸ ਦੇ ਵਿੱਚ ਐਡ ਹੁੰਦਾ ਜਾਂਦਾ ਹੈ। ਸੋ ਹੁਣ ਜੇ ਤੁਸੀਂ ਚਾਹੋ, ਤੁਹਾਨੂੰ ਕੋਈ ਚੀਜ਼ ਜ਼ਿਆਦਾ ਇੰਪੋਰਟੈਂਟ ਲੱਗਦੀ ਹੈ ਤਾਂ ਤੁਸੀਂ ਉਸ ਨੂੰ ਦੁਬਾਰਾ ਤੋਂ ਅਰੇਂਜ ਕਰ ਸਕਦੇ ਹੋ ਇਸ ਤਰੀਕੇ ਨਾਲ। ਜਿਵੇਂ ਤੁਸੀਂ ਜਿਹੜਾ 3 ਡਾਟਸ ਬਣੀਆਂ ਹੁੰਦੀਆਂ ਹਰੇਕ ਅਸਾਈਨਮੈਂਟ ਦੇ ਨਾਲ, ਉਹਨੂੰ ਟੱਚ ਕਰਦੇ ਹੋ ਤਾਂ ਉਹਦੇ ਉੱਪਰ 2 ਆਪਸ਼ਨਸ ਆ ਜਾਂਦੀਆਂ ਨੇ, ਮੂਵ ਟੂ ਟਾਪ ਔਰ ਐਡਿਟ, ਹੈ ਨਾ। ਸੋ ਇਹ ਤੁਸੀਂ ਅਗਰ ਚਾਹੁੰਦੇ ਹੋ ਕਿ ਇਸ ਨੂੰ ਉੱਪਰ ਲੈ ਕੇ ਜਾਣਾ ਤਾਂ ਤੁਸੀਂ ਮੂਵ ਟੂ ਟਾਪ ਦੇ ਉੱਤੇ ਟੱਚ ਕਰ ਦਿਓ ਤਾਂ ਇਹ ਜਿਹੜੀ ਚੀਜ਼ ਹੈ ਸਭ ਤੋਂ ਉੱਪਰ ਅਪੀਅਰ ਹੋਣ ਲੱਗ ਜਾਵੇਗੀ। ਨੈਕਸਟ ਕੁਐਸਚਨ ਇਜ਼, ਕੈਨ ਮੋਰ ਦੈਨ 1 ਟੀਚਰਸ ਕੋਲੈਬੋਰੇਟ ਇਨ ਕਲਾਸਰੂਮ। ਕੀ ਤੁਸੀਂ ਕਲਾਸਰੂਮ ਨੂੰ ਇੱਕ ਤੋਂ ਜ਼ਿਆਦਾ ਅਧਿਆਪਕ ਵੀ ਇਕੱਠੇ ਪੜ੍ਹਾ ਸਕਦੇ ਹੋ? ਤਾਂ ਇਸ ਦਾ ਉੱਤਰ ਹੈ ਬਿਲਕੁਲ ਹਾਂ। ਤਾਂ ਇਹ ਹੈ ਪੀਪਲ ਵਾਲੀ ਟੈਬ ਹੈ। ਇਹਦੇ ਵਿੱਚ ਜਿੱਥੇ ਆਪਾਂ ਸਟੂਡੈਂਟਸ ਨੂੰ ਐਡ ਕੀਤਾ ਸੀ ਉਸੇ ਤਰੀਕੇ ਨਾਲ ਟੀਚਰਸ ਨੂੰ ਵੀ ਐਡ ਕੀਤਾ ਜਾ ਸਕਦਾ ਹੈ। ਇਸ ਜਗ੍ਹਾ ਦੇ ਉੱਤੇ ਜਦੋਂ ਤੁਸੀਂ ਟੱਚ ਕਰੋਗੇ ਤਾਂ ਇਹ ਵਾਲੀ ਸਕਰੀਨ ਇਨਵਾਈਟ ਟੀਚਰਸ ਦੀ ਖੁੱਲਦੀ ਹੈ। ਇਸ ਜਗ੍ਹਾ ਤੇ ਤੁਸੀਂ ਟੀਚਰ ਦਾ ਈਮੇਲ ਆਈਡੀ ਜਿਹੜੀ ਹੈ ਉਹ ਪਾ ਸਕਦੇ ਹੋ। ਦੈਨ ਕੈਨ ਵੀ ਐਡਿਟ ਅ ਕਲਾਸਰੂਮ? ਇਸ ਦਾ ਉੱਤਰ ਵੀ ਹੈ ਯੈਸ। ਇਸ ਤਰ੍ਹਾਂ ਜਦੋਂ ਸਾਰੇ ਕਲਾਸਰੂਮ ਤੁਹਾਡੇ ਸਾਹਮਣੇ ਦਿਖਾਈ ਦੇ ਰਹੇ ਹਨ ਤਾਂ ਉਹਨਾਂ ਦੇ ਰਾਈਟ ਸਾਈਡ ਤੇ ਜਿਹੜੇ 3 ਡਾਟਸ ਦੇ ਉੱਤੇ ਕਲਿੱਕ ਕਰਦੇ ਹੋ ਤਾਂ 2 ਆਪਸ਼ਨ ਸਾਡੇ ਸਾਹਮਣੇ ਆਉਂਦੀਆਂ ਹਨ, ਐਡਿਟ ਐਂਡ ਆਰਕਾਈਵ। ਐਡਿਟ ਦੇ ਉੱਤੇ ਅਸੀਂ ਜਦੋਂ ਟੱਚ ਕਰਦੇ ਹਾਂ ਤਾਂ ਇਹ ਵਾਲੀ ਜਿਹੜੀ ਹੈ ਕਲਾਸ ਦੀ ਇਨਫੋਰਮੇਸ਼ਨ ਜਿਹੜੀ ਹੈ ਉਹ ਐਡਿਟ ਹੋ ਸਕਦੀ ਹੈ, ਚਾਹੇ ਕਲਾਸ ਦਾ ਨਾਮ ਹੈ, ਸੈਕਸ਼ਨ ਹੈ, ਰੂਮ ਹੈ ਜਾਂ ਸਬਜੈਕਟ ਹੈ, ਤੁਸੀਂ ਕੁਝ ਵੀ ਐਡਿਟ ਕਰ ਸਕਦੇ ਹੋ। ਦੂਸਰੀ ਆਪਸ਼ਨ ਹੈ ਇਸ ਵਿੱਚ ਆਰਕਾਈਵ ਦੀ। ਆਰਕਾਈਵ ਦਾ ਭਾਵ ਇਹ ਹੁੰਦਾ ਹੈ ਕਿ ਜਦੋਂ ਸੈਸ਼ਨ ਦਾ ਅੰਤ ਹੋ ਜਾਂਦਾ ਹੈ। ਸੋ ਉੱਪਰ ਪ੍ਰਸ਼ਨ ਵੀ ਮੈਂ ਲਿਖਿਆ, ਵਾਟ ਟੂ ਡੂ ਵਿਦ ਦਾ ਕਲਾਸ ਐਟ ਦਾ ਐਂਡ ਆਫ ਸੈਸ਼ਨ। ਸੋ ਜਦੋਂ ਸੈਸ਼ਨ ਦਾ ਐਂਡ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਜਿਹੜਾ ਹੈ ਤੁਸੀਂ ਚਾਹੁੰਦੇ ਹੋ ਕਿ ਕਲਾਸ ਦੇ ਵਿੱਚ ਕੋਈ ਹੋਰ ਜਿਹੜੀਆਂ ਚੀਜ਼ਾਂ ਐਡ ਨਾ ਕੀਤੀਆਂ ਜਾਣ, ਤਾਂ ਸੋ ਤੁਸੀਂ ਚਾਹੁੰਦੇ ਹੋ ਕਿ ਵਿਦਿਆਰਥੀ ਵੀ ਕੁਝ ਹੋਰ ਉਹਦੇ ਵਿੱਚ ਪੋਸਟ ਨਾ ਕਰਨ, ਤਾਂ ਤੁਸੀਂ ਆਰਕਾਈਵ ਦੇ ਉੱਤੇ ਕਲਿੱਕ ਕਰਕੇ ਇਸ ਕਲਾਸ ਨੂੰ ਆਰਕਾਈਵ ਕਰ ਸਕਦੇ ਹੋ। ਸੋ ਇਹ ਕਲਾਸ ਜਿਹੜੀ ਹੈ ਤੁਹਾਡੀ ਜਿਹੜੀ ਹੈ ਐਕਟਿਵ ਕਲਾਸਿਸ ਤੋਂ ਗਾਇਬ ਹੋ ਜਾਏਗੀ, ਆਰਕਾਈਵ ਦੇ ਵਿੱਚ ਪਹੁੰਚ ਜਾਵੇਗੀ। ਸੋ ਇਸ ਦੇ ਵਿੱਚ ਜੋ ਕੁਝ ਵੀ ਸਾਰੇ ਸੈਸ਼ਨ ਦੌਰਾਨ ਤੁਸੀਂ ਭੇਜਿਆ ਹੈ ਜਾਂ ਵਿਦਿਆਰਥੀਆਂ ਨੇ ਭੇਜਿਆ, ਤੁਹਾਡੇ ਜੋ ਵੀ ਇੰਟਰੈਕਸ਼ਨ ਹੋਏ ਹਨ ਉਹ ਇਸੇ ਰੂਪ ਵਿੱਚ ਸੇਵ ਹੋ ਜਾਂਦੇ ਹਨ। ਇਸ ਵਿੱਚ ਉਸ ਤੋਂ ਬਾਅਦ ਕੋਈ ਹੋਰ ਤਬਦੀਲੀ ਨਹੀਂ ਕੀਤੀ ਜਾ ਸਕਦੀ। ਇਹਦੇ ਵਿੱਚ ਮੈਂ ਇੱਕ ਹੋਰ ਗੱਲ ਤੁਹਾਨੂੰ ਦੱਸਣੀ ਚਾਹੁੰਦਾ ਹਾਂ ਕਿ ਜੇ ਕਈ ਵਾਰ ਮੰਨ ਲਓ ਤੁਹਾਡੇ ਤੋਂ ਗਲਤੀ ਨਾਲ ਕੋਈ ਕਲਾਸ ਆਰਕਾਈਵ ਹੋ ਗਈ ਹੈ ਤਾਂ ਉਸ ਨੂੰ ਤੁਸੀਂ ਦੁਬਾਰਾ ਰੀਸਟੋਰ ਵੀ ਕਰ ਸਕਦੇ ਹੋ। ਸੋ ਆਰਕਾਈਵ ਦੇ ਉੱਤੇ ਟੱਚ ਕਰਦੇ ਹਾਂ ਤਾਂ ਇਹ ਕਨਫਰਮੇਸ਼ਨ ਕਰਕੇ ਆਪਾਂ ਉਹਨੂੰ ਆਰਕਾਈਵ ਕਰ ਸਕਦੇ ਹਾਂ। ਹੁਣ ਆਪਾਂ ਗੂਗਲ ਕਲਾਸਰੂਮ ਦੇ ਕੁਝ ਹੋਰ ਆਪਸ਼ਨਸ ਜਿਹੜੀਆਂ ਹੈਗੀਆਂ ਉਹਦੇ ਬਾਰੇ ਗੱਲ ਕਰਦੇ ਹਾਂ। ਗੂਗਲ ਕਲਾਸਰੂਮ ਦੇ ਲੈਫਟ ਸਾਈਡ ਦੇ ਉੱਪਰ ਜਿਹੜਾ 3 ਲਾਈਨਸ ਲੱਗੀਆਂ ਹੁੰਦੀਆਂ ਉਹਦੇ ਉੱਤੇ ਟੱਚ ਕਰਦੇ ਹਾਂ ਤਾਂ ਤੁਹਾਡੀ ਸਕਰੀਨ ਦੇ ਉੱਤੇ ਇਹ ਬੈਨਰ ਜਿਹੜਾ ਇਹ ਅਪੀਅਰ ਹੁੰਦਾ ਹੈ। ਉੱਪਰ ਹੈ ਕਲਾਸਿਸ ਦੇ ਉੱਤੇ ਟੱਚ ਕਰੋਗੇ ਤਾਂ ਤੁਹਾਡਾ ਹੋਮ ਪੇਜ ਆ ਜਾਏਗਾ। ਦੈਨ ਕੈਲੰਡਰ, ਦੈਨ ਨੋਟੀਫਿਕੇਸ਼ਨਸ, ਉਸ ਤੋਂ ਬਾਅਦ ਹੈ ਟੀਚਿੰਗ, ਮਤਲਬ ਐਜ਼ ਅ ਟੀਚਰ ਤੁਹਾਡੇ ਕੋਲ ਜਿੰਨੀਆਂ ਵੀ ਕਲਾਸਾਂ, ਜਿਵੇਂ ਇੱਥੇ 3 ਕਲਾਸਿਸ ਦਿਖ ਰਹੀਆਂ। ਉਸ ਤੋਂ ਨੀਚੇ ਹੈ ਐਨਰੋਲਡ। ਐਨਰੋਲਡ ਦਾ ਭਾਵ ਇਹ ਹੈ ਕਿ ਵਿਦਿਆਰਥੀ ਦੇ
ਕਿਉਂਕਿ ਇਹ ਮੈਂ ਇੱਕੋ ਆਈਡੀ ਤੋਂ ਐਜ਼ ਅ ਟੀਚਰ ਵੀ ਕਲਾਸਰੂਮ ਤੁਹਾਨੂੰ ਦਿਖਾਇਆ ਤੇ ਐਜ਼ ਅ ਸਟੂਡੈਂਟ ਵੀ ਦਿਖਾਇਆ ਹੈ। ਇਸ ਕਰਕੇ ਸਟੂਡੈਂਟ ਦਾ ਜਦੋਂ ਜਿਹੜਾ ਹੋਮ ਪੇਜ ਜਦੋਂ ਤੁਸੀਂ ਖੋਲੋਗੇ ਤਾਂ ਉਹਦੇ ਵਿੱਚ ਟੀਚਿੰਗ ਵਾਲੀ ਕੋਈ ਕਲਾਸ ਨਹੀਂ, ਉਹਦੇ ਵਿੱਚ ਐਨਰੋਲਡ ਵਾਲੇ ਜਿਹੜੇ ਦੋ ਆਪਸ਼ਨਸ ਹੀ ਹੋਣਗੇ। ਠੀਕ ਹੈ, ਸੋ ਐਨਰੋਲਡ ਦੇ ਵਿੱਚ ਪਹਿਲਾ ਆਪਸ਼ਨ ਹੈ ਟੂ ਡੂ ਦੇ ਉੱਤੇ ਜਦੋਂ ਵਿਦਿਆਰਥੀ ਟੱਚ ਕਰਦਾ ਹੈ ਤਾਂ ਉਹਦਾ ਜਿਹੜਾ ਕੰਮ ਡਿਊ ਹਾਲੇ ਰਹਿੰਦਾ ਹੈ। ਵਿਦਿਆਰਥੀ ਅਧਿਆਪਕ ਨੇ ਕੋਈ ਅਸਾਈਨਮੈਂਟ ਦਿੱਤੀਆਂ ਹੋਈਆਂ, ਸੋ ਜਿਹੜੀਆਂ ਅਸਾਈਨਮੈਂਟ ਹਾਲੇ ਉਹਨੇ ਹੱਲ ਨਹੀਂ ਕੀਤੀਆਂ ਸਿਰਫ ਉਹ ਵਿਦਿਆਰਥੀ ਇੱਥੋਂ ਵੀ ਦੇਖ ਸਕਦਾ ਹੈ। ਟੂ ਡੂ ਔਰ ਡਨ ਵੀ ਹੈ ਉਹਦੇ ਨਾਲ ਹੀ, ਇਹ ਅਲੱਗ-ਅਲੱਗ ਤੋਂ ਬੱਚਾ ਜਿਹੜਾ ਉਹ ਦੇਖ ਸਕਦਾ ਹੈ। ਇਸੇ ਤਰੀਕੇ ਨੀਚੇ ਮੈਥ 9 ਲਿਖਿਆ ਹੋਇਆ, ਇੱਥੇ ਖੋਲ ਕੇ ਉਹ ਆਪਣੀ ਕਲਾਸਰੂਮ ਦੇ ਵਿੱਚ ਪਹੁੰਚ ਸਕਦਾ ਹੈ। ਉਸ ਤੋਂ ਨੀਚੇ ਆਰਕਾਈਵਡ ਕਲਾਸਿਸ ਹੈ, ਦੈਨ ਕਲਾਸਰੂਮ ਫੋਲਡਰਸ ਹੈ। ਇਹ ਗੂਗਲ ਡਰਾਈਵ ਦੇ ਉੱਤੇ ਜਿਹੜੇ ਆਪਣੇ ਫੋਲਡਰਸ ਹੁੰਦੇ ਨੇ ਉਹ ਇੱਥੋਂ ਖੁੱਲਣਗੇ। ਔਰ ਨੀਚੇ ਹੈ ਸੈਟਿੰਗਸ ਦੇ ਵਿੱਚ ਆਪਾਂ ਦੇਖਦੇ ਹਾਂ ਤਾਂ ਸਾਡੇ ਕੋਲ 5 ਤਰ੍ਹਾਂ ਦੀਆਂ ਸੈਟਿੰਗਸ ਹਨ। ਅਪਡੇਟ ਫੋਟੋ, ਤੁਸੀਂ ਆਪਣੀ ਡੀਪੀ ਚੇਂਜ ਕਰ ਸਕਦੇ ਹੋ। ਸਿੰਕ ਓਵਰ ਮੋਬਾਈਲ ਡੇਟਾ, ਸੈਂਡ ਈਮੇਲ ਨੋਟੀਫਿਕੇਸ਼ਨਸ, ਜਦੋਂ ਵੀ ਅਧਿਆਪਕ ਕਲਾਸ ਦੇ ਵਿੱਚ ਕੋਈ ਕੰਮ ਦਿੰਦਾ ਹੈ ਵਿਦਿਆਰਥੀਆਂ ਨੂੰ ਈਮੇਲ ਨੋਟੀਫਿਕੇਸ਼ਨ ਚਲੇ ਜਾਂਦੇ ਹਨ। ਇਸੇ ਤਰੀਕੇ ਨਾਲ ਜਦੋਂ ਵਿਦਿਆਰਥੀ ਸੋਲਵ ਕਰਦੇ ਹਨ ਕੋਈ ਅਸਾਈਨਮੈਂਟ ਤਾਂ ਉਹ ਅਧਿਆਪਕ ਕੋਲ ਵੀ ਈਮੇਲ ਨੋਟੀਫਿਕੇਸ਼ਨ ਆ ਜਾਂਦਾ ਹੈ। ਉਸ ਤੋਂ ਨੀਚੇ ਹੈ ਕਲਾਸ ਨੋਟੀਫਿਕੇਸ਼ਨਸ, ਇਹ ਤੁਹਾਡੇ ਫੋਨ ਦੇ ਨੋਟੀਫਿਕੇਸ਼ਨਸ ਹਨ। ਇਹਦੇ ਉੱਤੇ ਟੱਚ ਕਰਕੇ ਦੇਖੋ, ਇਹ ਜਿਸ ਤਰੀਕੇ ਨਾਲ ਇੱਥੇ 4 ਕਲਾਸਿਸ ਦਿਖ ਰਹੀਆਂ ਹਨ, ਸੋ ਇਹਨਾਂ ਦੇ ਨੋਟੀਫਿਕੇਸ਼ਨ ਜੇ ਤੁਸੀਂ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਨੂੰ ਇਨੇਬਲ ਰੱਖਣਾ, ਬਲੂ ਕਲਰ ਦੇ ਜਿਸ ਤਰ੍ਹਾਂ ਦਿਖਾਈ ਦੇ ਰਹੇ ਹਨ। ਅਗਰ ਤੁਸੀਂ ਕਿਸੇ ਕਲਾਸ ਦੇ ਨੋਟੀਫਿਕੇਸ਼ਨ ਨਹੀਂ ਦੇਖਣੇ ਚਾਹੁੰਦੇ ਤਾਂ ਉਸਨੂੰ ਤੁਸੀਂ ਡਿਸੇਬਲ ਵੀ ਕਰ ਸਕਦੇ ਹੋ। ਸੋ ਇਹ ਸਨ ਕੁਝ ਕੁਐਸਚਨ। ਹੁਣ ਤੁਹਾਡੇ ਮਾਈਂਡ ਵਿੱਚ ਕੁਝ ਹੋਰ ਕੁਐਸਚਨਸ ਵੀ ਹੋ ਸਕਦੇ ਹਨ, ਤਾਂ ਸੈਟਿੰਗਸ ਦੇ ਬਿਲਕੁਲ ਨੀਚੇ ਹੀ ਹੈਲਪ ਦਾ ਬਟਨ ਹੁੰਦਾ ਹੈ, ਉਸਨੂੰ ਟੱਚ ਕਰਕੇ ਤੁਸੀਂ ਕੁਝ ਜਿਹੜੇ ਆਪਣੇ ਹੋਰ ਜਿਹੜੇ ਤੁਹਾਡੇ ਮਨ ਦੇ ਵਿੱਚ ਕੁਐਰੀਜ਼ ਹੋਣ ਤਾਂ ਉਹ ਉੱਥੋਂ ਜਾਣ ਸਕਦੇ ਹੋ। ਇੱਕ ਕੁਐਸਚਨ ਹੋਰ ਸਾਡੇ ਮਾਈਂਡ ਦੇ ਵਿੱਚ ਆ ਜਾਂਦਾ ਕਿ ਕਈ ਵਾਰ ਅਸੀਂ ਕਲਾਸ ਦਾ ਕੋਡ ਭੁੱਲ ਜਾਂਦੇ ਹਾਂ, ਕਿਉਂਕਿ ਬੱਚਿਆਂ ਨੂੰ ਜਦੋਂ ਅਸੀਂ ਕਲਾਸਰੂਮ ਕ੍ਰੀਏਟ ਕੀਤਾ ਸੀ ਤਾਂ ਪਹਿਲੀ ਵਾਰ ਤਾਂ ਕਲਾਸ ਦਾ ਕੋਡ ਅਪੀਅਰ ਹੋ ਰਿਹਾ ਸੀ ਬਿਲਕੁਲ ਸੈਂਟਰ ਦੇ ਵਿੱਚ। ਜਦੋਂ ਵਿਦਿਆਰਥੀ ਨੂੰ ਐਡ ਕਰ ਲੈਂਦੇ ਹਾਂ ਤਾਂ ਫਿਰ ਉਹ ਸੈਂਟਰ ਦੇ ਵਿੱਚ ਅਪੀਅਰ ਨਹੀਂ ਹੁੰਦਾ। ਸੋ ਬਾਅਦ ਦੇ ਵਿੱਚ ਜੇ ਆਪਾਂ ਕਲਾਸ ਕੋਡ ਲੱਭਣਾ ਹੋਵੇ ਤਾਂ ਅਸੀਂ ਕਿੱਥੋਂ ਦੇਖਾਂਗੇ? ਸੋ ਇਹ ਇੱਕ ਕਲਾਸ 10th A ਨੂੰ ਮੈਂ ਖੋਲ੍ਹਿਆ ਹੋਇਆ ਹੈ। ਸੋ ਇਹਦੇ ਉੱਪਰ ਜਿਹੜਾ ਸੈਟਿੰਗਸ ਵਾਲਾ ਬਟਨ ਹੈ ਉਹਦੇ ਉੱਤੇ ਅਸੀਂ ਟੱਚ ਕਰਾਂਗੇ। ਸੋ ਇਹ ਕਲਾਸ ਸੈਟਿੰਗਸ ਹੈ, ਇਹਦੇ ਵਿੱਚ ਅਬਾਊਟ ਕਲਾਸ ਦੇ ਬਾਰੇ ਲਿਖਿਆ ਹੋਇਆ, ਨੀਚੇ ਜਨਰਲ ਦੇ ਵਿੱਚ ਕਲਾਸ ਕੋਡ ਜਿਹੜਾ ਹੈ ਉਹ ਇਸ ਜਗ੍ਹਾ ਦੇ ਉੱਪਰ ਲਿਖਿਆ ਹੋਇਆ ਹੈ। ਹੁਣ ਆਪਾਂ ਗੱਲ ਕਰਾਂਗੇ ਗੂਗਲ ਕਲਾਸਰੂਮ ਦੇ ਡੈਸਕਟਾਪ ਜਾਂ ਲੈਪਟਾਪ ਵਰਸ਼ਨ ਦੀ। ਡੈਸਕਟਾਪ ਜਾਂ ਲੈਪਟਾਪ ਵਰਸ਼ਨ ਔਰ ਮੋਬਾਈਲ ਵਰਸ਼ਨ, ਇਹਨਾਂ ਦੋਹਾਂ ਦੇ ਵਿੱਚ ਫੀਚਰਸ ਜਿਹੜੇ ਮੋਰ ਔਰ ਲੈਸ ਸੇਮ ਹਨ। ਲਗਭਗ 95% ਫੀਚਰਸ ਇਹਨਾਂ ਦੇ ਸੇਮ ਹਨ। ਕੁਝ ਫੀਚਰ ਜਿਹੜੇ ਹੈ ਉਹ ਡੈਸਕਟਾਪ ਵਰਸ਼ਨ ਤੇ ਉਹਦੇ ਨਾਲੋਂ ਅਲੱਗ ਹਨ ਮੋਬਾਈਲ ਵਰਸ਼ਨ ਨਾਲੋਂ, ਉਹ ਮੈਂ ਤੁਹਾਡੇ ਨਾਲ ਸਾਂਝੇ ਕਰਾਂਗਾ। ਸੋ ਇਹ ਹੈ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਾਂ, ਇਹ ਜਿਵੇਂ ਇੱਕ ਕਲਾਸ ਹੈ, ਕਲਾਸ ਦੇ ਉੱਪਰ ਜਿਵੇਂ ਆਪਾਂ ਮੋਬਾਈਲ ਵਰਸ਼ਨ ਦੇ ਵਿੱਚ ਇਸ ਜਗ੍ਹਾ ਤੇ ਟੱਚ ਕਰਦੇ ਸੀ ਤਾਂ ਉੱਥੇ 2 ਆਪਸ਼ਨਸ ਆਉਂਦੀਆਂ ਸੀ, ਪਰ ਇਸ ਜਗ੍ਹਾ ਤੇ ਸਾਡੇ ਕੋਲ 5 ਆਪਸ਼ਨਸ ਆ ਗਈਆਂ ਹਨ। ਮੂਵ, ਐਡਿਟ, ਕਾਪੀ, ਆਰਕਾਈਵ ਐਂਡ ਲੀਵ ਕਲਾਸ। ਇਸ ਦੇ ਵਿੱਚ ਆਪਾਂ ਵੇਖਦੇ ਹਾਂ ਕਾਪੀ ਦੀ ਆਪਸ਼ਨ ਵੀ ਹੈ। ਕਾਪੀ ਦਾ ਅਰਥ ਇਹ ਹੈ ਕਿ ਅਗਰ ਤੁਸੀਂ ਕਲਾਸ ਨੂੰ ਕਾਪੀ ਕਰਨਾ ਚਾਹੁੰਦੇ ਹੋ ਤਾਂ ਇਸ ਜਗ੍ਹਾ ਤੇ ਤੁਸੀਂ ਕਲਿੱਕ ਕਰਦੇ ਹੋ ਤਾਂ ਇਸ ਦੇ ਨਾਲ ਹੀ ਇਹ ਡਾਇਲੌਗ ਬਾਕਸ ਖੁੱਲ ਜਾਂਦਾ ਹੈ, ਜਿਸ ਦੇ ਵਿੱਚ ਕਲਾਸ ਦੇ ਜਿਹੜੇ ਫੀਚਰਸ ਹਨ, ਕਲਾਸ ਨੇਮ ਹੈ, ਸੈਕਸ਼ਨ, ਸਬਜੈਕਟ, ਰੂਮ, ਇਹ ਸਾਰੀਆਂ ਚੀਜ਼ਾਂ ਤੁਸੀਂ ਚਾਹੋ ਇਹਨਾਂ ਨੂੰ ਐਡਿਟ ਕਰ ਸਕਦੇ ਹੋ। ਨਵੀਂ ਕਲਾਸ ਕ੍ਰੀਏਟ ਹੋ ਰਹੀ ਹੈ ਕਿਉਂਕਿ ਸੋ ਇਹ ਜਦੋਂ ਕਲਾਸ ਦੀ ਕਾਪੀ ਤਿਆਰ ਹੁੰਦੀ ਹੈ, ਯਾਨੀ ਕਿ ਨਵੀਂ ਕਲਾਸ ਕ੍ਰੀਏਟ ਹੁੰਦੀ ਹੈ, ਇਹਦੇ ਵਿੱਚ ਜਿਹੜੇ ਟੌਪਿਕਸ ਵਗੈਰਾ ਤੁਸੀਂ ਸ਼ੇਅਰ ਕੀਤੇ ਆ ਜਾਂ ਜਿਹੜਾ ਤੁਸੀਂ ਮਟੀਰੀਅਲ ਸ਼ੇਅਰ ਕੀਤਾ ਹੋਇਆ ਹੈ ਤੁਹਾਡੇ ਅਧਿਆਪਕ ਵੱਲੋਂ ਸ਼ੇਅਰ ਕੀਤਾ, ਉਹ ਐਜ਼ ਇਟ ਇਜ਼ ਕਾਪੀ ਹੋ ਜਾਂਦਾ ਹੈ। ਵਿਦਿਆਰਥੀ ਕਾਪੀ ਨਹੀਂ ਹੁੰਦੇ ਤੇ ਨਾ ਹੀ ਵਿਦਿਆਰਥੀਆਂ ਵੱਲੋਂ ਸ਼ੇਅਰ ਕੀਤਾ ਗਿਆ ਕੋਈ ਮਟੀਰੀਅਲ ਕਾਪੀ ਹੁੰਦਾ ਹੈ। ਇਸ ਤੋਂ ਇਲਾਵਾ ਕੁਝ ਅਨਾਊਂਸਮੈਂਟਸ ਵਗੈਰਾ ਵੀ ਅਸੀਂ ਕਲਾਸਰੂਮ ਦੇ ਵਿੱਚ ਕਰ ਸਕਦੇ ਹਾਂ ਜੋ ਉਸਦੇ ਸਟਰੀਮ ਦੇ ਉੱਪਰ ਅਪੀਅਰ ਹੁੰਦੀ ਹੈ। ਸੋ ਉਹ ਜਿਹੜੀ ਚੈਟ ਵਾਂਗ ਹੁੰਦੀ ਹੈ, ਜਿਸ ਤਰ੍ਹਾਂ ਫੇਸਬੁੱਕ ਦਾ ਪੇਜ, ਫੇਸਬੁੱਕ ਦੀ ਵਾਲ ਹੁੰਦੀ ਹੈ, ਇਸ ਤਰ੍ਹਾਂ ਸਟਰੀਮ ਦਿਖਾਈ ਦਿੰਦੀ ਹੈ। ਸੋ ਉਹ ਵਾਲੀਆਂ ਆਈਟਮਸ ਜਿਹੜੀਆਂ ਉਹ ਤੋਂ ਗਾਇਬ ਹੋ ਜਾਂਦੀਆਂ ਹਨ। ਬਾਕੀ ਜੋ ਅਸਾਈਨਮੈਂਟ ਦਿੱਤੀਆਂ ਹੁੰਦੀਆਂ ਹਨ ਜਾਂ ਕੁਝ ਹੋਰ ਟੌਪਿਕਸ ਵਗੈਰਾ ਜਿਹੜੇ ਤੁਸੀਂ ਬਣਾਏ ਹੁੰਦੇ, ਉਹ ਸਾਰਾ ਕੁਝ ਐਜ਼ ਇਟ ਇਜ਼ ਕਾਪੀ ਹੋ ਜਾਂਦਾ ਹੈ। ਇੱਕ ਹੋਰ ਫਰਕ ਜਿਹੜਾ ਹੈ ਉਹ ਆਪਾਂ ਇੱਥੇ ਦੇਖਾਂਗੇ ਕਿ ਅਗਰ ਕਲਾਸ ਕੋਡ ਤੁਸੀਂ ਦੇਖਣਾ ਹੋਵੇ ਤਾਂ ਕਲਾਸ ਕੋਡ ਇਹਦੇ ਵਿੱਚ ਜਿਹੜਾ ਹੈ, ਜਦੋਂ ਆਪਾਂ ਕਲਾਸ ਖੋਲ੍ਹਦੇ ਹਾਂ ਕੋਈ, ਤਾਂ ਉਸ ਦੇ ਬੈਨਰ ਦੇ ਉੱਪਰ ਹੀ ਲਿਖਿਆ ਹੁੰਦਾ ਹੈ। ਜਿਸ ਤਰ੍ਹਾਂ ਇਸ ਜਗ੍ਹਾ ਦੇ ਉੱਤੇ ਦੇਖੋ ਤਾਂ ਇਸ ਦੇ ਉੱਤੇ ਇੱਕ ਕਲਾਸ ਕੋਡ ਲਿਖਿਆ, ਉਹਦੇ ਨਾਲ ਇੱਕ ਛੋਟਾ ਜਿਹਾ ਬਾਕਸ ਬਣਿਆ ਹੋਇਆ ਹੈ। ਅਗਰ ਇਹ ਪੜ੍ਹਿਆ ਨਹੀਂ ਜਾ ਰਿਹਾ ਤਾਂ ਬਾਕਸ ਦੇ ਉੱਤੇ ਕਲਿੱਕ ਕਰ ਦਿਓ ਤਾਂ ਕਲਾਸ ਕੋਡ ਇਸ ਤਰ੍ਹਾਂ ਵੱਡਾ ਹੋ ਜਾਂਦਾ ਹੈ। ਇਸ ਤੋਂ ਕਾਪੀ ਵੀ ਕੀਤਾ ਜਾ ਸਕਦਾ ਹੈ ਜਾਂ ਇਸ ਨੂੰ ਨੋਟ ਕੀਤਾ ਜਾ ਸਕਦਾ ਹੈ। ਇੱਕ ਹੋਰ ਡਿਫਰੈਂਸ ਜਿਹੜਾ ਹੈ ਉਹ ਇਹ ਹੈ
ਕਿ ਜਦੋਂ ਆਪਾਂ ਮੋਬਾਈਲ ਫੋਨ ਦੇ ਉੱਪਰ ਯੂਜ਼ ਕਰਦੇ ਹਾਂ ਕਲਾਸਰੂਮ, ਤਾਂ ਸਾਡੇ ਕੋਲ 3 ਟੈਬਸ ਹੁੰਦੇ ਹਨ ਨੀਚੇ: ਸਟਰੀਮ, ਕਲਾਸ ਵਰਕ ਐਂਡ ਪੀਪਲ। ਡੈਸਕਟਾਪ ਵਰਸ਼ਨ ਦੇ ਵਿੱਚ ਸਾਡੇ ਕੋਲ ਇੱਕ ਹੋਰ ਵੀ ਆ ਜਾਂਦਾ ਹੈ, ਗ੍ਰੇਡਸ। ਗ੍ਰੇਡਸ ਦਾ ਜਿਹੜਾ ਤੁਹਾਡੇ ਸਾਹਮਣੇ ਮੈਂ ਖੋਲ੍ਹਿਆ ਹੋਇਆ ਹੈ ਟੈਬ, ਤਾਂ ਦੇਖੋ ਸਾਰੇ ਵਿਦਿਆਰਥੀਆਂ ਦੀ ਲਿਸਟ ਆ ਗਈ ਹੈ, ਔਰ ਫਿਰ ਉਸ ਤੋਂ ਬਾਅਦ ਵਿਦਿਆਰਥੀਆਂ ਨੇ ਵੱਖ-ਵੱਖ ਟੈਸਟਾਂ ਦੇ ਵਿੱਚ ਜਿੰਨੇ ਨੰਬਰ ਲਾਏ ਉਹਨਾਂ ਦੀ ਪੂਰੀ ਡਿਟੇਲ ਇਹਦੇ ਵਿੱਚ ਆ ਜਾਂਦੀ ਹੈ। ਔਰ ਟੌਪ ਦੇ ਉੱਪਰ ਦੇਖੋ ਇਸ ਦੇ ਕਲਾਸ ਐਵਰੇਜ ਜਿਹੜੀ ਹੈ ਉਹ ਵੀ ਆ ਜਾਂਦੀ ਹੈ, ਵਿਦਿਆਰਥੀਆਂ ਨੇ ਜਿਹੜੇ ਨੰਬਰ ਹਾਸਲ ਕੀਤੇ ਵੱਖੋ-ਵੱਖਰੇ ਉਹਨਾਂ ਦੀ ਐਵਰੇਜ ਕਿੰਨੀ ਸੀ। ਸੋ ਇਸ ਦਾ ਮਤਲਬ ਇਹ ਹੋਇਆ ਕਿ ਨਾਲ ਤੁਹਾਡੀ ਡਾਇਰੀ ਦਾ ਕੰਮ ਵੀ ਕਰ ਦਿੰਦਾ ਹੈ। ਅਧਿਆਪਕ ਨੇ ਜਿੰਨੇ ਵੀ ਟੈਸਟ ਲਏ ਕਲਾਸਰੂਮ ਦੇ ਵਿੱਚ, ਉਹ ਸਾਰਿਆਂ ਦਾ ਰੈਕਡ ਜਿਹੜਾ ਉਹ ਇੱਕ ਜਗ੍ਹਾ ਆਟੋਮੈਟਿਕਲੀ ਕ੍ਰੀਏਟ ਹੋ ਜਾਂਦਾ ਹੈ। ਸੋ ਇਹ ਸੀ ਗੂਗਲ ਕਲਾਸਰੂਮ। ਤੁਸੀਂ ਬਹੁਤ ਧਿਆਨ ਨਾਲ ਮੇਰੀਆਂ ਗੱਲਾਂ ਸੁਣੀਆਂ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਥੈਂਕਸ ਅ ਲੋਟ।